मेरे बहुत प्यारे स्टूडेंट्स ਨੂੰ बहुत प्यार भरी सत श्री अकाल। बेटे ਅਸੀਂ फाइनल पेपर ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਉਮੀਦ ਹੈ ਤੁਸੀਂ ਜੋ ਮੈਂ ਫਸਟ ਪਾਰਟ A ਦੀ ਵੀਡੀਓ ਪਾਈ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੇ ਦੇਖ ਲਈ ਹੋਏਗੀ। ਪਾਰਟ A ਦੇ ਨਾਲ ਨਾਲ ਅੱਜ ਅਸੀਂ ਬੇਟੇ ਅੱਜ ਗੱਲ ਕਰਾਂਗੇ ਪਾਰਟ B ਦੀ। ਸੋ ਪਾਰਟ A ਪਾਰਟ B ਦੇ ਵਿੱਚ ਜਿਸ ਹੱਦ ਤੱਕ ਹੋ ਸਕੇ ਸਾਰੇ ਕੁਐਸਚਨ ਆਨਸਰ ਚਾਹੇ ਉਹ 6 ਮਾਰਕਸ ਦੇ ਨੇ 4 ਮਾਰਕਸ ਦੇ ਨੇ ਜਾਂ ਵਿੱਚ ਜਦੋਂ ਮੈਨੂੰ ਜਿਵੇਂ ਮੈਨੂੰ ਲੱਗੀ ਜਾਂਦਾ ਹੈ 2 ਮਾਰਕਸ ਦਾ ਕੋਈ ਕੁਐਸਚਨ ਇੰਪੋਰਟੈਂਟ ਹੈ ਤਾਂ ਉਹ ਵੀ ਮੈਂ ਤੁਹਾਡੇ ਨਾਲ ਡਿਸਕਸ ਕਰਦੀ ਜਾ ਰਹੀ ਹਾਂ। ਸੋ ਬੱਚੇ ਇਹਨਾਂ ਵੀਡੀਓਜ਼ ਨੂੰ ਨਾ ਸਿਰਫ ਸੁਣਨਾ ਹੈ, ਤੁਸੀਂ ਪਿਆਰ ਬਹੁਤ ਕਰਦੇ ਹੋ, ਬਹੁਤ ਧਿਆਨ ਨਾਲ ਸੁਣਦੇ ਹੋ, ਪਰ ਬੇਟੇ ਇਹਨਾਂ ਨੂੰ ਅਸਲ ਦੇ ਵਿੱਚ ਅਮਲੀ ਰੂਪ 'ਚ ਲਾਗੂ ਵੀ ਕਰਨਾ ਹੈ। ਜਿਹੜੇ ਪੁਆਇੰਟ ਮੈਂ ਦੱਸਦੀ ਹਾਂ ਉਹ ਸਾਰੇ ਪੁਆਇੰਟਸ ਵੀ ਤੁਸੀਂ ਡਿਸਕਸ ਕਰਨੇ ਨੇ। बड़ी कंप्लीटली लैसन पढ़ना है, वर्ड टू वर्ड लैसन पढ़ना है। हर एक लैसन पढ़न तो बाद ही तुसी क्वेश्चन आंसर्स दे उत्ते आना है। सो अज असी करांगे पार्ट बी दी रिवीजन। पार्ट बी दे विच बच्चे तुहाडा सब तो पहला लैसन है संसदी प्रणाली। सो ये बहुत इंपॉर्टेंट लैसन है और एक ऐसा लैसन है जिहड़ा कि तुसी +1 दे विच कर भी बैठे हो। सो संसदी प्रणाली दे विचों मेरे अकॉर्डिंग जे तुसी मैनूं पुछो तो 6 नंबर का क्वेश्चन जरूर आना चाहिए, क्योंकि बहुत ईजी भी है, बहुत इंपॉर्टेंट भी है। इस लैसन दे विच पहली गल संसदी प्रणाली किसनूं कहा जाता है। ठीक है जी, एक पैरा कि विधान पालिका ते कार्यपालिका दा जिथे नेड़े दा संबंध होवे उस आधार दे उत्ते असीं किसी भी प्रणाली नूं संसदी या प्रधानगी कह सकते हैं। सो नेड़े दा संबंध है तो संसदी प्रणाली है, जे कार्यपालिका अलग ते विधान पालिका अलग काम कर रही है तो वह प्रधानगी सिस्टम है। सो बच्चे संसदी सरकार का अर्थ हो सके तो डॉक्टर गार्नर या एक होर परिभाषा जरूर करनी है, क्योंकि अर्थ अते परिभाषावां ये तुहाडे 2 नंबर या 4 नंबर दे विच पूछे जा सकते हैं। उस तो अगे आ सकता है संसदी प्रणाली दीयां विशेषतावां दा वर्णन करो। सो बच्चे जदों संसदी प्रणाली दीयां विशेषतावां दी गल आंदी है तो इत्थे मैं तुहानूं जरूर कहूँगी कि ये तुहाडा 6 मार्क्स का क्वेश्चन बनता है। ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਸੰਸਦੀ ਪ੍ਰਣਾਲੀ ਦੀਆਂ 7-8 ਐਸੀਆਂ ਵਿਸ਼ੇਸ਼ਤਾਵਾਂ ਕਰਨੀਆਂ ਨੇ ਜਿਹੜੀਆਂ ਕਿ ਤੁਹਾਨੂੰ ਜੇ 6 ਨੰਬਰ 'ਚ ਆਉਣ ਤਾਂ ਵੀ ਤੁਹਾਡਾ ਕਵਰ ਕਰ ਜਾਣ, ਜੇ 4 ਨੰਬਰ 'ਚ ਉਹਨਾਂ 'ਤੇ ਇੰਡੀਵਿਜੂਅਲ ਕੁਐਸਚਨ ਆ ਜੇ ਤਾਂ ਵੀ ਤੁਹਾਨੂੰ ਕਵਰ ਕਰ ਜੇ, ਜਿੱਦਾਂ ਕਿ ਮੈਂ ਤੁਹਾਨੂੰ ਕਾਲ ਮਾਰਕਸ ਦੇ ਲੈਸਨ ਦੇ ਵਿੱਚ ਦੱਸਿਆ ਸੀ। ਇਹਦੇ ਵਿੱਚ ਕੀ ਹੈ ਕਿ ਨਾ ਮਾਤਰ ਦੀ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਵਿੱਚ ਨੇੜੇ ਦਾ ਸੰਬੰਧ। इस तो इलावा प्रधानमंत्री और मंत्री परिषद असली मुखी, लोक सभा का अनिश्चित कार्यकाल, व्यक्तिगत जिम्मेवारी, समूहिक जिम्मेवारी, मंत्री परिषद को अविश्वास के राही भंग करना। ठीक है, राजनीतिक एकरूपता। बेटे ये कुछ ऐसे पॉइंट ने ਜਿਹੜੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਇੰਡੀਵਿਜੂਅਲੀ 4 ਨੰਬਰ ਦਾ ਕੁਐਸਚਨ ਵੀ ਆ ਸਕਦਾ ਹੈ, ਤੁਹਾਨੂੰ ਨਾ ਮਾਤਰ ਕਾਰਜਪਾਲਿਕਾ 'ਤੇ ਆ ਸਕਦਾ ਹੈ, ਤੁਹਾਨੂੰ ਵਿਅਕਤੀਗਤ ਜ਼ਿੰਮੇਵਾਰੀ, ਸਮੂਹਿਕ ਜ਼ਿੰਮੇਵਾਰੀ ਅਤੇ ਰਾਜਨੀਤਿਕ ਇਕਰੂਪਤਾ। ਇਹ ਬੱਚੇ ਬੇਹੱਦ ਇੰਪੋਰਟੈਂਟ ਪੁਆਇੰਟ ਨੇ। ਸੋ ਜੇ ਤੁਸੀਂ ਸੰਸਦੀ ਪ੍ਰਣਾਲੀ ਦੇ ਵਿੱਚੋਂ ਇੰਪੋਰਟੈਂਟ 8 ਪੁਆਇੰਟ ਜਾਂ 9 ਪੁਆਇੰਟ ਕਰ ਲੈਂਦੇ ਹੋ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡਾ ਚਾਹੇ 2 ਨੰਬਰ ਦਾ ਕੁਐਸਚਨ, ਚਾਹੇ 4 ਨੰਬਰ ਦਾ ਕੁਐਸਚਨ, ਚਾਹੇ 6 ਨੰਬਰ ਦਾ ਕੁਐਸਚਨ, ਤੁਹਾਡੇ ਤਿੰਨੋਂ ਕੁਐਸਚਨ ਜਿਹੜੇ ਨੇ ਜੇ ਬੱਚੇ ਉਹ ਕਵਰ ਕਰ ਜਾਣਗੇ। ਬਟ ਜਿਹੜੇ ਪੁਆਇੰਟਸ ਨੇ ਇਹਨਾਂ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਇੱਕ ਪੁਆਇੰਟ ਕਰਨਾ ਹੈ। ਮੰਨ ਲਓ ਤੁਹਾਨੂੰ 4 ਨੰਬਰ 'ਚ ਰਾਜਨੀਤਿਕ ਇਕਰੂਪਤਾ ਆ ਗਿਆ ਤਾਂ ਤੁਹਾਨੂੰ 4 ਨੰਬਰ ਵਿੱਚ ਰਾਜਨੀਤਿਕ ਇਕਰੂਪਤਾ ਦੀਆਂ 8 ਤੋਂ 10 ਲਾਈਨਾਂ ਲਿਖਣੀਆਂ ਆਉਣੀਆਂ ਚਾਹੀਦੀਆਂ ਹਨ। ਵਿਅਕਤੀਗਤ ਜ਼ਿੰਮੇਵਾਰੀ, ਸਮੂਹਿਕ ਜ਼ਿੰਮੇਵਾਰੀ, ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਨੇੜੇ ਦਾ ਸੰਬੰਧ, ਇਹ ਸਾਰੇ 8 ਪੁਆਇੰਟ 8-10 ਪੁਆਇੰਟ ਬੱਚੇ ਐਸੇ ਕਰ ਲਓ ਜਿਹੜੇ ਤੁਹਾਡੀ ਚੰਗੀ ਤਰ੍ਹਾਂ ਜੇ 4 ਨੰਬਰ 'ਚ ਆ ਜਾਣ ਤਾਂ ਤੁਸੀਂ 4 ਨੰਬਰ 'ਚ ਇੰਡੀਵਿਜੂਅਲ ਪੁਆਇੰਟ ਲਿਖ ਦਿਓ, ਨਹੀਂ ਤਾਂ ਤੁਸੀਂ 6 ਨੰਬਰ ਦੇ ਵਿੱਚ ਜੇ ਵਿਸ਼ੇਸ਼ਤਾਵਾਂ ਆ ਜਾਂਦੀਆਂ ਤਾਂ ਤੁਸੀਂ ਇਸ ਤਰ੍ਹਾਂ ਦੇ 6 ਪੁਆਇੰਟ 6-7 ਪੁਆਇੰਟ ਤੁਸੀਂ ਲਿਖ ਸਕਦੇ ਹੋ। ਸੋ ਇਸ ਕੁਐਸਚਨ ਨੂੰ ਤੁਸੀਂ 6 ਨੰਬਰ ਦੇ ਲਈ ਜ਼ਰੂਰ ਤਿਆਰ ਕਰਨਾ ਹੈ। ਦੂਜਾ ਕੁਐਸਚਨ ਇਸ ਲੈਸਨ 'ਚੋਂ ਬਣ ਜਾਂਦਾ ਹੈ ਕਿ ਸੰਸਦੀ ਪ੍ਰਣਾਲੀ ਦੀਆਂ ਸਮੱਸਿਆਵਾਂ। ठीक है, या भारत विच संसदी लोकतंत्र। सो भारत विच संसदी लोकतंत्र है, सानू पता है कि भारत विच लोकतंत्र भी है, भारत विच संसदी प्रणाली भी है। सो उहदियां की विशेषतावां हन वो भी तुसी बच्चे 5-6 पॉइंट जरूर तैयार करने ने। पर जो मैनू लगता है कि संसदी प्रणाली दे विचों जे कोई चाहे तो बहुत आसानी दे नाल
6 ਨੰਬਰ ਦਾ ਕੁਐਸਚਨ ਪਾ ਸਕਦਾ ਹੈ। ਸੰਸਦੀ ਪ੍ਰਣਾਲੀ ਦਾ ਅਰਥ, ਪਰਿਭਾਸ਼ਾਵਾਂ ਅਤੇ ਵਿਸ਼ੇਸ਼ਤਾਵਾਂ। ਇਨ ਕੇਸ ਤੁਹਾਨੂੰ ਸਿੱਧਾ ਹੀ ਕੁਐਸਚਨ ਆ ਜਾਂਦਾ ਹੈ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਤਾਂ ਬੱਚੇ ਤੁਸੀਂ ਯਾਦ ਰੱਖਣਾ ਹੈ ਸੰਸਦੀ ਪ੍ਰਣਾਲੀ ਦੀ ਵਿਸ਼ੇਸ਼ਤਾਵਾਂ ਦੇ ਵਿੱਚ ਤੁਸੀਂ, ਮੈਂ ਤੁਹਾਨੂੰ ਕਿਹਾ ਹੋਇਆ ਹੈ ਕਿ ਇੰਟਰੋਡਕਸ਼ਨ ਜ਼ਰੂਰ ਦੇਣੀ ਹੈ। ਇੰਟਰੋਡਕਸ਼ਨ ਦੇ ਵਿੱਚ ਸੰਸਦੀ ਪ੍ਰਣਾਲੀ ਕਿਸ ਨੂੰ ਕਿਹਾ ਜਾਂਦਾ ਹੈ ਉਹ ਤੁਸੀਂ ਪਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਿੱਚ ਕਿਤੇ ਆਪਣਾ ਬਾਕਸ ਬਣਾ ਕੇ ਪਰਿਭਾਸ਼ਾ ਇੱਕ ਅੱਧੀ ਜ਼ਰੂਰ ਪਾ ਸਕਦੇ ਹੋ। ਸੰਸਦੀ ਪ੍ਰਣਾਲੀ ਇੰਗਲੈਂਡ ਤੋਂ ਲਈ, ਇਸ ਨੂੰ ਤੁਸੀਂ ਬੋਲਡ ਕਰ ਸਕਦੇ ਹੋ। ਸੰਸਦੀਕਰਨ ਪ੍ਰਣਾਲੀ ਦੇ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਨੇੜੇ ਦਾ ਸੰਬੰਧ ਹੁੰਦਾ ਹੈ, ਇਸ ਨੂੰ ਆਪਾਂ ਬੋਲਡ ਕਰ ਸਕਦੇ ਹਾਂ। ਸੋ ਇੱਦਾਂ ਦੀਆਂ ਚੀਜ਼ਾਂ ਬੋਲਡ ਕਰਕੇ ਵੀ ਤੁਸੀਂ ਆਪਣੇ ਕੁਐਸਚਨ ਨੂੰ ਅਟਰੈਕਟਿਵ ਬਣਾ ਸਕਦੇ ਹੋ। ਸੋ ਇਸ ਕੁਐਸਚਨ ਨੂੰ ਤੁਸੀਂ ਜ਼ਰੂਰ ਤਿਆਰ ਕਰਨਾ ਹੈ। 2 ਨੰਬਰ ਦੇ ਕਿੰਨੇ ਹੀ ਕੁਐਸਚਨ ਇਸ ਲੈਸਨ 'ਚੋਂ ਬਣਦੇ, ਪਰ ਜੇ ਤੁਸੀਂ 8-10 ਪੁਆਇੰਟ ਚੰਗੀ ਤਰ੍ਹਾਂ ਕੀਤੇ ਹੋਣਗੇ ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ 100% ਮੈਂ ਕਹਿ ਸਕਦੀ ਹਾਂ ਕਿ ਇਸ ਲੈਸਨ ਦੇ ਵਿੱਚੋਂ ਤੁਸੀਂ ਕੋਈ ਵੀ 2 ਨੰਬਰ ਦਾ ਕੁਐਸਚਨ ਮਿਸ ਨਹੀਂ ਕਰੋਗੇ। ਠੀਕ ਹੈ ਜੀ। ਉਸ ਤੋਂ ਅਗਲੀ ਗੱਲ, ਅਗਲਾ ਤੁਹਾਡਾ ਲੈਸਨ ਹੈਗਾ ਭਾਰਤੀ ਲੋਕਤੰਤਰ ਦੀਆਂ ਚੁਣੌਤੀਆਂ ਜਾਂ ਸਮੱਸਿਆਵਾਂ। ਬੱਚੇ ਇਹਦੇ ਵਿੱਚ ਇਸ ਲੈਸਨ 'ਚ ਅਗੇਨ ਤੁਹਾਨੂੰ 6 ਨੰਬਰ ਦਾ ਕੁਐਸਚਨ ਆ ਸਕਦਾ ਹੈ। ਹੁਣ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਜਾਂ ਚੁਣੌਤੀਆਂ, ਬੱਚੇ ਇਹਨੂੰ ਫਿਰ ਤੁਸੀਂ ਉਸੇ ਤਰੀਕੇ ਦੇ ਨਾਲ ਕਰਨਾ ਹੈ। ਚੁਣੌਤੀਆਂ ਜਾਂ ਸਮੱਸਿਆਵਾਂ ਦੇ ਵਿੱਚ ਤੁਸੀਂ ਘੱਟੋ ਘੱਟ 10 ਪੁਆਇੰਟ ਆਪਣੇ ਤਿਆਰ ਕਰੋ। ਕਿਵੇਂ ਦੇ 10 ਪੁਆਇੰਟ? ਕਿ ਜਿਨ੍ਹਾਂ 'ਤੇ ਇੰਡੀਵਿਜੂਅਲ ਕੁਐਸਚਨ 4 ਨੰਬਰ ਦਾ ਵੀ ਆ ਸਕਦਾ ਹੈ, 2 ਨੰਬਰ ਦਾ। ਸੰਪਰਦਾਇਕਤਾ, ਲੋਕਤੰਤਰ 'ਤੇ ਕੀ ਪ੍ਰਭਾਵ ਹੈ, ਜਾਤੀਵਾਦ, ਖੇਤਰਵਾਦ, ਭਾਸ਼ਾਵਾਦ। ਠੀਕ ਹੋ ਗਿਆ ਜੀ। ਉਸ ਤੋਂ ਇਲਾਵਾ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਠੀਕ, ਭ੍ਰਸ਼ਟਾਚਾਰ, ਸਮਾਜਿਕ ਅਸਮਾਨਤਾ, ਆਰਥਿਕ ਅਸਮਾਨਤਾ। ਇਹ ਪੁਆਇੰਟ ਤਾਂ ਤੁਹਾਡੇ ਹੈਗੇ ਨੇ। ਤੁਹਾਨੂੰ 2 ਨੰਬਰ 'ਚ ਕੁਐਸਚਨ ਆ ਸਕਦਾ, ਸੰਪਰਦਾਇਕਤਾ ਦੇ ਲੋਕਤੰਤਰ 'ਤੇ ਪ੍ਰਭਾਵ ਦੱਸੋ, ਗਰੀਬੀ ਦੇ ਲੋਕਤੰਤਰ 'ਤੇ 2 ਪ੍ਰਭਾਵ ਦੱਸੋ, ਆਰਥਿਕ ਅਸਮਾਨਤਾ ਦੇ ਲੋਕਤੰਤਰ 'ਤੇ 2 ਪ੍ਰਭਾਵ ਦੱਸੋ, ਜਾਤੀਵਾਦ ਦੇ 2 ਪ੍ਰਭਾਵ ਦੱਸੋ। ਸੋ ਤੁਹਾਨੂੰ ਇਸ ਤਰੀਕੇ ਦਾ ਕੁਐਸਚਨ ਵੀ ਇਹਨਾਂ 'ਚੋਂ ਆ ਸਕਦਾ ਹੈ। ਸੋ 8-10 ਪੁਆਇੰਟ ਇਹ ਤਿਆਰ ਕਰਨੇ ਨੇ। ਇਹਨਾਂ ਤੋਂ ਇਲਾਵਾ ਮੈਂ ਆਪਣੇ ਸਟੂਡੈਂਟਸ ਨੂੰ ਵੀ ਇੱਕ ਗੱਲ ਕਹੀ ਹੈ ਕਿ ਇਹ ਪੁਆਇੰਟ ਇੱਦਾਂ ਦੇ ਨੇ, ਗਰੀਬੀ, ਬੇਰੁਜ਼ਗਾਰੀ, ਜਿਹੜੇ ਸਾਰੇ ਬੱਚਿਆਂ ਨੇ ਲਿਖਦੇ ਨੇ। ਸੋ ਤੁਸੀਂ ਜਿਹੜੇ ਇੰਟੈਲੀਜੈਂਟ ਬੱਚੇ ਹੋ, ਜਿਨ੍ਹਾਂ ਨੇ ਆਪਣਾ ਪ੍ਰਭਾਵ ਪਾਉਣਾ ਹੈ ਪੇਪਰ ਚੈੱਕ ਕਰਨ ਵਾਲੇ 'ਤੇ, ਉਹ ਕੋਸ਼ਿਸ਼ ਕਰਿਓ ਕੁਝ ਅੱਛੇ ਪੁਆਇੰਟ ਵੀ ਲਿਖਿਓ, ਜਿਵੇਂ ਚੰਗੇ ਅਤੇ ਸਿਧਾਂਤਕ ਰਾਜਨੀਤਿਕ ਦਲਾਂ ਦੀ ਘਾਟ, ਚੰਗੇ ਮਜ਼ਬੂਤ ਵਿਰੋਧੀ ਦਲ ਦੀ ਘਾਟ। ਠੀਕ ਹੈ, ਇਸ ਤਰ੍ਹਾਂ ਦੇ ਪੁਆਇੰਟ, ਸਿਧਾਂਤਕ ਰਾਜਨੀਤੀ ਦੀ ਘਾਟ। ਸੋ ਇੱਦਾਂ ਦੇ ਪੁਆਇੰਟ, ਡਿਫਰੈਂਟ ਪੁਆਇੰਟ ਵੀ ਤੁਸੀਂ ਜ਼ਰੂਰ ਲਿਖਣੇ ਹੈ। ਜ਼ਰੂਰੀ ਨਹੀਂ ਕਿ ਗਰੀਬੀ, ਬੇਰੁਜ਼ਗਾਰੀ, ਸੰਪਰਦਾਇਕਤਾ ਇਹੀ ਪੁਆਇੰਟ ਲਿਖਣੇ ਹੈ। ਸੋ ਤੁਸੀਂ ਇੱਕ ਗੱਲ ਹੋਰ ਵੀ ਕਰ ਸਕਦੇ ਹੋ ਕਿ ਮੰਨ ਲਓ ਤੁਹਾਨੂੰ 6 ਨੰਬਰ ਦੇ ਵਿੱਚ ਸਮੱਸਿਆਵਾਂ ਜਾਂ ਚੁਣੌਤੀਆਂ ਆ ਗਈਆਂ, ਤਾਂ ਤੁਸੀਂ ਸਮੱਸਿਆ ਚੁਣੌਤੀਆਂ ਵਿੱਚ ਇਹਨੂੰ ਸ਼ਾਰਟ ਕਰਕੇ ਵੀ ਲਿਖ ਸਕਦੇ ਹੋ, ਜਿਵੇਂ ਸੰਪਰਦਾਇਕਤਾ, ਜਾਤੀਵਾਦ, ਖੇਤਰਵਾਦ, ਭਾਸ਼ਾਵਾਦ ਆਦਿ ਦੀ ਸਮੱਸਿਆ। ਇੱਦਾਂ ਵੀ ਇੱਕ ਪੁਆਇੰਟ ਛੋਟਾ ਬਣਾ ਸਕਦੇ ਹੋ। ਇੰਨਾ ਕੁ ਤੁਸੀਂ ਪੁਆਇੰਟ, ਠੀਕ ਹੈ। ਉਹਦੇ 'ਚ ਕੀ ਹੈ, ਤੁਸੀਂ 4 ਚੀਜ਼ਾਂ ਕਵਰ ਕਰ ਗਏ। ਬਹੁਤ ਜ਼ਿਆਦਾ ਵੱਡਾ ਨਹੀਂ ਮੈਂ ਕਹਿ ਰਹੀ ਬੱਚੇ। ਮੈਂ ਬਾਰ ਮੇਰੀ ਗੱਲ ਯਾਦ ਰੱਖਣਾ ਕਿ 6 ਨੰਬਰ ਦੇ ਕੁਐਸਚਨ ਨੂੰ ਆਪਾਂ ਨੇ 25 ਤੋਂ ਵੱਧ ਮਿੰਟ ਨਹੀਂ ਦੇਣੇ, ਕਿਉਂਕਿ ਆਪਣੇ ਕੋਲ ਨਹੀਂ ਹੈ ਹੀ ਨਹੀਂ। ਠੀਕ ਹੈ, ਇਸ ਕਰਕੇ ਆਪਾਂ ਦੇਣੇ ਨਹੀਂ। ਕੋਈ ਵੀ ਬੱਚਾ ਇਹ ਗਲਤੀ ਨਾ ਕਰੇ ਕਿ ਮੈਮ ਅਸੀਂ ਤਾਂ 2 ਕੁਐਸਚਨ ਕਰ ਲਏ, ਅਸੀਂ ਤਾਂ 1 ਕੁਐਸਚਨ ਮੇਰਾ ਕਰ ਲਿਆ, ਬਹੁਤ ਵਧੀਆ, ਪਰ ਮੇਰਾ 1 ਰਹਿ ਗਿਆ। ਮੈਂ ਬਾਰ ਇੱਕ ਗੱਲ ਕਹਿ ਰਹੀ ਹਾਂ ਕਿ ਆਪਾਂ ਨੇ ਕੋਈ ਕੁਐਸਚਨ ਛੱਡਣਾ ਹੀ ਨਹੀਂ ਹੈ। ਛੱਡਣ ਦਾ ਮਤਲਬ ਹੈ ਉਨਿਆਂ ਵਿੱਚੋਂ ਤੁਹਾਡੀ 0। ਤੁਹਾਨੂੰ 6 ਵਿੱਚੋਂ ਕੋਈ 7 ਨਹੀਂ ਦੇ ਸਕਦਾ, 6 'ਚੋਂ ਕੋਈ 8 ਨਹੀਂ ਦੇ ਸਕਦਾ। ਜੇ ਤੁਸੀਂ ਬਹੁਤ ਵਧੀਆ ਲਿਖਿਆ 6 'ਚੋਂ 6 ਹੀ ਦੇਗਾ ਜ਼ਿਆਦਾ ਤੋਂ ਜ਼ਿਆਦਾ। ਸੋ ਛੱਡਣਾ ਨਹੀਂ। ਅਗਲੀ ਗੱਲ ਬੱਚੇ ਮੈਂ ਇਹ ਕਹਿੰਦੀ ਹਾਂ, ਜਿਵੇਂ ਹੁਣ ਜਨ ਸਹਿਭਾਗਤਾ ਦੀ ਕਮੀ। ਜਨ ਸਹਿਭਾਗਤਾ ਮੈਨੇ ਲੋਕੀ ਰਾਜਨੀਤੀ ਵਿੱਚ ਘੱਟ ਭਾਗ ਲੈਂਦੇ ਹਨ। ਠੀਕ ਹੈ, ਭਾਰਤ ਵਿੱਚ ਪੜ੍ਹੇ ਲਿਖੇ ਜਾਂ ਸੂਝਵਾਨ ਮਤਦਾਤਾਵਾਂ ਦੀ ਕਮੀ, ਰਾਜਨੀਤੀ ਪ੍ਰਤੀ ਲੋਕਾਂ ਦੇ ਵਿਸ਼ਵਾਸ ਦੀ ਕਮੀ, ਰਾਜਨੀਤੀ ਅਤੇ ਰਾਜਨੀਤਿਕ ਨੇਤਾਵਾਂ ਦੇ ਉੱਤੇ ਲੋਕਾਂ ਦੇ ਵਿਸ਼ਵਾਸ ਦੀ ਕਮੀ। ਠੀਕ ਹੈ, ਇਹ ਕੁਛ ਇੱਕ ਸਾਡੇ ਦੇਸ਼ ਵਿੱਚ ਵਿਕਿਆ ਹੋਇਆ, ਕਾਫੀ ਹੱਦ ਤੱਕ ਸਰਕਾਰ ਦੇ ਪ੍ਰਭਾਵ ਅਧੀਨ ਵਿਕਿਆ ਹੋਇਆ ਜਨ ਸੰਚਾਰ ਦੇ ਸਾਧਨ ਵਿਕੇ ਹੋਏ। ਸੋ ਇਹ ਇੱਦਾਂ ਦੇ ਕੁਛ ਇੱਕ ਪੁਆਇੰਟਸ ਨੇ ਜਿਹੜੇ ਕਿ ਬਾਕੀ ਬੱਚੇ ਨਹੀਂ ਲਿਖਣਗੇ, ਆਮ ਬੱਚਾ ਨਹੀਂ ਲਿਖੇਗਾ, ਪਰ ਜਿਹੜਾ ਇੰਟੈਲੀਜੈਂਟ ਬੱਚਾ ਹੈ, ਜੇ ਤੁਸੀਂ ਇਹ ਲਿਖ ਦੋਗੇ ਬੱਚੇ, ਤਾਂ ਉਹ ਸੋਨੇ 'ਤੇ ਸੁਹਾਗਾ ਹੋ ਜਾਏਗਾ। ਉਹੀ ਗੱਲ ਬਾਰ-ਬਾਰ ਤੁਸੀਂ ਕਹੋਗੇ ਮੈਮ ਇੱਕੋ ਗੱਲ ਕਹਿੰਦੇ ਆ ਕਿ ਜਿੰਨਾ ਤੁਸੀਂ ਵਧੀਆ ਲਿਖੋਗੇ ਬੱਚੇ, ਅਟਰੈਕਟਿਵ ਲਿਖੋਗੇ, ਓਨਾ ਹੀ ਦੂਜਿਆਂ ਦੇ ਨਾਲੋਂ ਤੁਸੀਂ ਆਪਣੇ ਆਪ ਨੂੰ ਅਲੱਗ ਕਰਦੇ ਜਾਓਗੇ। ਸੋ ਇਸ ਲੈਸਨ ਨੂੰ ਇਹਦੇ ਵੀ ਤੁਸੀਂ ਘੱਟੋ ਘੱਟ 10 ਐਸੇ ਪੁਆਇੰਟ ਤਿਆਰ ਕਰਕੇ ਰੱਖੋ। ਜੇ 4 ਨੰਬਰ 'ਚ ਆ ਜਾਣ, 2 ਨੰਬਰ 'ਚ ਆ ਜਾਣ, ਚਾਹੇ 6 ਨੰਬਰ ਦੇ ਵਿੱਚ ਸਮੱਸਿਆਵਾਂ ਪੁੱਛੀਆਂ ਜਾਣ, ਤਾਂ ਤੁਸੀਂ ਇਹਨੂੰ ਕਵਰ ਕਰ ਸਕੋ। ਉਸ ਤੋਂ ਅਗਲੇ ਤੁਹਾਡੇ 2 ਲੈਸਨਸ ਆਉਂਦੇ ਨੇ, ਪੇਂਡੂ ਲੋਕਤੰਤਰ ਅਤੇ ਸ਼ਹਿਰੀ ਲੋਕਤੰਤਰ।
ਬੇਟੇ ਪੇਂਡੂ ਲੋਕਤੰਤਰ ਅਤੇ ਸ਼ਹਿਰੀ ਲੋਕਤੰਤਰ ਦੋ ਐਸੇ ਲੈਸਨ ਨੇ ਸਥਾਨਕ ਲੋਕਤੰਤਰ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਮੈਕਸਿਮਮ ਕੁਐਸਚਨਸ 2 ਮਾਰਕਸ ਦੇ ਬਣ ਸਕਦੇ ਆ, 4 ਮਾਰਕਸ ਦੇ ਬਣ ਸਕਦੇ ਆ। ਮੇਰੇ ਹਿਸਾਬ ਦੇ ਨਾਲ ਜੇ ਮੈਂ ਪੇਪਰ ਪਾਵਾਂ ਤਾਂ ਮੈਂ 2 ਨੰਬਰ ਜਾਂ 4 ਨੰਬਰ ਦੇ ਕੁਐਸਚਨਸ ਇਹਨਾਂ 'ਚੋਂ ਜ਼ਿਆਦਾ ਪਾਵਾਂ, ਜਾਂ ਪੈਰਾ ਪਾ ਦਾਂ 6 ਨੰਬਰ ਦਾ ਕੁਐਸਚਨ ਸ਼ਾਇਦ ਮੈਂ ਘੱਟ ਪਾਵਾਂ। ਪਰ ਇਹਦਾ ਮਤਲਬ ਤੁਸੀਂ ਇਹ ਨਾ ਲੈ ਲੈਣਾ ਕਿ 6 ਨੰਬਰ ਦਾ ਇਹਦੇ 'ਚੋਂ ਆਉਣਾ ਹੀ ਨਹੀਂ। ਬੇਟੇ ਮੈਂ ਤੁਹਾਨੂੰ ਕਿਹਾ ਹੈ ਕਿ ਪੇਪਰ ਪਾਉਣ ਵਾਲੇ ਦੀ ਪਰਸਨਲ ਚੋਇਸ ਹੈ ਕਿ ਉਹ ਕੀ ਪਾ ਦੇ, ਠੀਕ ਹੈ। ਕਿਸੇ ਇੱਕ ਬੰਦਾ ਕਹਿੰਦਾ ਮੇਰੇ ਲਈ ਤਾਂ ਇਹ ਬਿਲਕੁਲ ਇੰਪੋਰਟੈਂਟ, ਇਹ ਕੀ ਕੁਐਸਚਨ ਪਾਤਾ, ਦੂਜਾ ਬੰਦਾ ਕਹਿੰਦਾ ਇਹ ਤਾਂ ਕੁਐਸਚਨ ਹੀ ਬੜਾ ਇੰਪੋਰਟੈਂਟ ਹੈ। ਸੋ ਇਸ ਤਰ੍ਹਾਂ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਕੀ ਹੈ ਕੀ ਨਹੀਂ ਹੈ। ਪਰ ਪੇਂਡੂ ਅਤੇ ਸ਼ਹਿਰੀ ਲੋਕਤੰਤਰ ਦੇ ਵਿੱਚੋਂ ਜਿਵੇਂ ਸਥਾਨਕ ਲੋਕਤੰਤਰ ਪੇਂਡੂ ਸੋਧ ਕਦੋਂ ਪਾਸ ਹੋਈ, ਕਦੋਂ ਲਾਗੂ ਹੋਈ, ਸ਼ਹਿਰੀ ਲੋਕਤੰਤਰ ਸੋਧ ਕਦੋਂ ਪਾਸ ਹੋਈ, ਕਦੋਂ ਲਾਗੂ ਹੋਈ, ਦੋ ਤਾਂ ਇਹ ਡੇਟਸ। ਫਿਰ ਪੇਂਡੂ ਲੋਕਤੰਤਰ ਨੂੰ ਲਾਗੂ ਕਰਨ ਦੇ ਲਈ ਸੰਵਿਧਾਨ ਵਿੱਚ ਕਿਹੜੀ ਸੋਧ ਹੋਈ, ਜਿਵੇਂ 73ਵੀਂ, ਸ਼ਹਿਰੀ ਲੋਕਤੰਤਰ ਲਈ 74ਵੀਂ। ਪੇਂਡੂ ਲੋਕਤੰਤਰ ਲਈ ਕਿਹੜੀ ਅਨੁਸੂਚੀ ਲਾਗੂ ਕੀਤੀ ਗਈ, ਕਿਹੜੀ ਅਨੁਸੂਚੀ, 11ਵੀਂ ਅਨੁਸੂਚੀ, ਸ਼ਹਿਰੀ ਲੋਕਤੰਤਰ ਲਈ 12ਵੀਂ ਅਨੁਸੂਚੀ। ਪੇਂਡੂ ਲੋਕਤੰਤਰ ਦੀ ਸਥਾਪਨਾ ਦੇ ਲਈ ਕਿਹੜਾ ਭਾਗ 9ਵਾਂ ਭਾਗ ਅਤੇ ਸ਼ਹਿਰੀ ਲੋਕਤੰਤਰ ਦੀ ਸਥਾਪਨਾ ਲਈ 9A ਭਾਗ। ਇਹ 5-6 ਐਸੇ ਕੁਐਸਚਨਸ ਨੇ ਜਿਹੜੇ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਪਣੀ ਕਾਪੀ ਦੇ ਵਿੱਚ ਛੋਟੇ ਪੁਆਇੰਟ, ਪੇਂਡੂ ਲੋਕਤੰਤਰ ਇੱਕ ਪਾਸੇ ਲਿਖ ਲਓ, ਇੱਕ ਪਾਸੇ ਸ਼ਹਿਰੀ ਲੋਕਤੰਤਰ ਲਿਖ ਲਓ, ਉਹ ਸੋਧ ਦੀ ਡੇਟ, ਇੱਧਰ ਸੋਧ ਦੀ ਪਾਸ ਹੋਣ ਦੀ ਡੇਟ, ਫਿਰ ਲਾਗੂ ਹੋਣ ਦੀ ਡੇਟ, ਫਿਰ ਅਨੁਸੂਚੀ, ਫਿਰ ਭਾਗ, ਫਿਰ ਸੋਧ ਦਾ ਨਾਮ। ਇਹ ਸਾਰਾ ਕੁਝ ਤੁਹਾਨੂੰ ਮੂੰਹ ਜ਼ਬਾਨੀ ਰੱਟਿਆ ਹੋਣਾ ਚਾਹੀਦਾ, ਇਹਦੇ ਤੋਂ ਕੁਐਸਚਨ ਆ ਸਕਦਾ ਹੈ। ਬਾਕੀ ਤਕਰੀਬਨ ਗੱਲਾਂ ਕਾਫੀ ਸੇਮ ਵੀ ਨੇ, ਠੀਕ ਹੈ। ਜਿਵੇਂ ਦੋਨਾਂ ਦਾ ਲੋਕਤੰਤਰਾਂ ਦਾ ਉਦੇਸ਼ ਲੋਕਾਂ ਨੂੰ ਘਰ ਘਰ ਲੋਕਤੰਤਰ ਪਹੁੰਚਾਉਣਾ ਹੈ, ਵੱਡੇ ਲੋਕਤੰਤਰ ਤੋਂ ਪਹਿਲਾਂ ਛੋਟੇ ਲੋਕਤੰਤਰ ਦੀ ਸਿੱਖਿਆ ਦੇਣਾ ਹੈ, ਨਾਗਰਿਕਾਂ ਦੇ ਸਵੈਮਾਣ ਵਿੱਚ ਵਾਧਾ ਕਰਨਾ ਹੈ, ਠੀਕ ਹੈ, ਲੋਕਾਂ ਦੀ ਜਨ ਸਹਿਭਾਗਤਾ ਨੂੰ ਵਧਾਉਣਾ ਹੈ, ਸਥਾਨਕ ਸਮੱਸਿਆਵਾਂ ਨੂੰ ਸਥਾਨਕ ਪੱਧਰ 'ਤੇ ਹੱਲ ਕਰਨਾ ਹੈ, ਪਿੰਡਾਂ ਦੀਆਂ ਸਮੱਸਿਆਵਾਂ ਪਿੰਡਾਂ 'ਚ ਹੱਲ ਹੋਣਗੀਆਂ, ਸ਼ਹਿਰਾਂ ਦੀਆਂ ਸ਼ਹਿਰਾਂ 'ਚ ਹੱਲ ਹੋਣਗੀਆਂ। ਰਿਜ਼ਰਵੇਸ਼ਨ, ਰਾਖਵਾਂਕਰਨ, ਪੇਂਡੂ ਲੋਕਤੰਤਰ ਸ਼ਹਿਰੀ ਲੋਕਤੰਤਰ ਤਕਰੀਬਨ ਰਾਖਵਾਂਕਰਨ ਸੇਮ ਹੈ, ਠੀਕ ਹੈ ਜੀ। ਸਹਿਯੋਗੀ ਮੈਂਬਰ ਪਿੰਡ ਪੱਧਰ ਦੇ ਉੱਤੇ ਜ਼ਿਲ੍ਹਾ ਪਰਿਸ਼ਦ ਦੇ ਵਿੱਚ, ਬਲਾਕ ਸੰਮਤੀਆਂ ਦੇ ਵਿੱਚ ਸਹਿਯੋਗੀ ਮੈਂਬਰ, ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਨਗਰ ਪਾਲਿਕਾ ਨਗਰ ਨਿਗਮਾਂ ਦੇ ਵਿੱਚ ਸਹਿਯੋਗੀ ਮੈਂਬਰ, MLAs MP ਸੇਮ ਹੈ। ਜੇ ਤੁਸੀਂ ਧਿਆਨ ਨਾਲ ਪੜ੍ਹੋਗੇ ਜਾਂ ਤੁਸੀਂ ਪੇਂਡੂ ਲੋਕਤੰਤਰ ਸ਼ਹਿਰੀ ਲੋਕਤੰਤਰ 'ਤੇ ਮੇਰੀ ਵੀਡੀਓ ਵੀ ਸੁਣ ਸਕਦੇ ਹੋ, ਇਹ ਵੀ ਤੁਸੀਂ ਕਰਨਾ ਹੈ, ਠੀਕ ਹੈ ਬੇਟੇ। ਸਥਾਨਕ ਲੋਕਤੰਤਰ ਦੇ ਉਦੇਸ਼ ਕੀ ਹਨ, ਸਥਾਨਕ ਲੋਕਤੰਤਰ ਦੀਆਂ ਸਮੱਸਿਆਵਾਂ ਕੀ ਹਨ, ਸਥਾਨਕ ਲੋਕਤੰਤਰ ਨੂੰ ਲਾਗੂ ਕਰਨ ਵਿੱਚ ਸਰਕਾਰ ਦੀ ਕਿੰਨੀ ਕੁ ਦਖਲਅੰਦਾਜ਼ੀ ਹੈ। ਇਹ 3 ਕੁਐਸਚਨਸ ਇਹਦੇ ਵਿੱਚ। ਸਥਾਨਕ ਲੋਕਤੰਤਰ ਜਦੋਂ ਮੈਂ ਕਹਿ ਰਹੀ ਹਾਂ ਬੇਟੇ, ਸਥਾਨਕ ਲੋਕਤੰਤਰ ਦੇ ਵਿੱਚ ਪੇਂਡੂ ਵੀ ਆ ਰਿਹਾ ਅਤੇ ਸ਼ਹਿਰੀ ਵੀ ਆ ਰਿਹਾ। ਸਥਾਨਕ ਲੋਕਤੰਤਰ ਨੂੰ ਇਕੱਲਾ ਪੇਂਡੂ ਨਾ ਲਿਓ, ਪੇਂਡੂ ਵੀ ਅਤੇ ਸ਼ਹਿਰੀ ਵੀ। ਉਹਦੀਆਂ ਸਮੱਸਿਆਵਾਂ ਕੀ ਹਨ, ਉਹਦੀ ਮਹੱਤਤਾ ਕੀ ਹੈ, ਸਥਾਨਕ ਲੋਕਤੰਤਰ ਦੇ ਉਦੇਸ਼ ਕੀ ਹਨ, ਇਹ ਬੱਚੇ ਤੁਸੀਂ ਜ਼ਰੂਰ ਕਰਨੇ ਨੇ। ਅਤੇ ਸਰਕਾਰੀ ਦਖਲਅੰਦਾਜ਼ੀ, ਕਿ ਸਰਕਾਰ ਕਿਹੜੇ ਤਰੀਕਿਆਂ ਨਾਲ ਕੰਟਰੋਲ ਕਰਦੀ ਹੈ, ਇਹ ਵੀ ਤੁਸੀਂ 4 ਨੰਬਰ ਦੇ ਵਿੱਚ ਤੁਹਾਡੇ ਕੁਐਸਚਨਸ ਬਣਦੇ ਨੇ। ਗ੍ਰਾਮ ਪੰਚਾਇਤ ਦੀ ਰਚਨਾ, ਬਲਾਕ ਸੰਮਤੀ ਦੀ ਰਚਨਾ, ਜ਼ਿਲ੍ਹਾ ਪਰਿਸ਼ਦ ਦੀ ਰਚਨਾ, 4 ਨੰਬਰ ਦੇ ਕੁਐਸਚਨਸ ਨੇ। ਰਚਨਾ ਦੇ ਵਿੱਚ ਹੁੰਦਾ ਕਿੰਨੇ ਮੈਂਬਰ ਨੇ, ਕਿਵੇਂ ਚੁਣੇ ਜਾਂਦੇ ਆ, ਕੀ ਯੋਗਤਾਵਾਂ, ਕਿੰਨੇ ਸਾਲ ਲਈ ਚੁਣੇ ਜਾਂਦੇ, ਕਿੰਨੀਆਂ ਬੈਠਕਾਂ ਹੁੰਦੀਆਂ, ਮਤਲਬ 8 ਤੋਂ 10 ਲਾਈਨਾਂ ਰਚਨਾ। ਮੈਂ ਆਪਣੇ ਬੱਚਿਆਂ ਨੂੰ ਰਚਨਾ ਕਿਹਾ ਹੈ ਕਿ ਸਭ ਦੀ ਰਚਨਾ ਲਿਖੋ ਇੱਕ ਕਾਪੀ ਦੇ ਉੱਤੇ, ਗ੍ਰਾਮ ਪੰਚਾਇਤ ਦੀ, ਬਲਾਕ ਸੰਮਤੀ ਦੀ, ਜ਼ਿਲ੍ਹਾ ਪਰਿਸ਼ਦ ਦੀ, ਉੱਧਰੋਂ ਨਗਰ ਨਿਗਮ ਦੀ, ਨਗਰ ਪਰਿਸ਼ਦ ਦੀ, ਨਗਰ ਪਾਲਿਕਾ, ਇਹਨਾਂ ਸਾਰਿਆਂ ਦੀ ਰਚਨਾ ਲਿਖੋ। ਰਚਨਾ ਦੇ ਵਿੱਚ ਮੇਨ ਕਿੰਨੇ ਮੈਂਬਰ ਹੈ, ਕਿੰਨੀ ਆਬਾਦੀ, ਮਗਰ ਕਿੰਨੇ ਲੋਕਾਂ ਰਾਹੀਂ ਕੀ ਯੋਗਤਾਵਾਂ ਨੇ, ਰਚਨਾ। ਉਸ ਤੋਂ ਇਲਾਵਾ ਤੁਹਾਨੂੰ 4 ਨੰਬਰ ਦੇ ਵਿੱਚ ਗ੍ਰਾਮ ਪੰਚਾਇਤ ਦੇ ਕੰਮ ਆ ਸਕਦੇ ਆ, ਬਲਾਕ ਸੰਮਤੀ ਦੇ ਕੰਮ ਆ ਸਕਦੇ ਆ, ਜ਼ਿਲ੍ਹਾ ਪਰਿਸ਼ਦ ਦੇ ਆ ਸਕਦੇ ਆ, ਨਗਰ ਪਾਲਿਕਾ ਦੇ ਕੰਮ ਆ ਸਕਦੇ ਆ, ਨਗਰ ਨਿਗਮ ਦੇ ਕੰਮ ਆ ਸਕਦੇ ਆ। ਥੋੜ੍ਹਾ ਦਿਮਾਗ ਜ਼ਰੂਰ ਲਾਣਾ ਹੈ। ਪੇਂਡੂ ਕੰਮ ਅਲੱਗ ਤਰ੍ਹਾਂ ਦੇ ਹੁੰਦੇ ਨੇ, ਸ਼ਹਿਰੀ ਕੰਮ ਅਲੱਗ ਤਰ੍ਹਾਂ ਦੇ। ਬਾਕੀ ਪਿੰਡ ਪੱਧਰ ਦੇ ਉੱਤੇ ਛੋਟੇ ਕੰਮ ਨੇ, ਸ਼ਹਿਰ ਪੱਧਰ 'ਤੇ ਵੱਡੇ ਕੰਮ ਨੇ। ਸੋ ਇਹ ਨਹੀਂ ਕਰਨਾ ਕਿ ਤੁਹਾਨੂੰ ਨਗਰ ਨਿਗਮ ਦੇ ਕੰਮ ਆ ਗਏ ਤੇ ਬੱਚੇ ਲਿਖਦੇ ਨੇ ਜੀ ਪਿੰਡਾਂ ਦੀ ਸਫਾਈ ਕਰਾਉਣ। ਨਗਰ ਨਿਗਮ ਸ਼ਹਿਰੀ ਸੰਸਥਾ ਹੈ। ਇੱਕ ਵੈਰੀ ਇੰਪੋਰਟੈਂਟ ਚੀਜ਼ ਜੋ ਮੈਨੂੰ ਯਾਦ ਆ ਗਈ ਹੈ ਕਿ ਪੇਂਡੂ ਖੇਤਰ ਦੀਆਂ ਸੰਸਥਾਵਾਂ ਦੇ ਨਾਮ ਅਤੇ ਸ਼ਹਿਰੀ ਖੇਤਰ ਦੀਆਂ ਸੰਸਥਾਵਾਂ ਦੇ ਨਾਮ, ਇਹ ਬੱਚੇ ਘੋਲ ਕੇ ਪੀ ਜਾਣਾ ਤੁਸੀਂ।
ਪੇਂਡੂ ਖੇਤਰ ਦੀਆਂ ਸੰਸਥਾਵਾਂ ਦੇ ਨਾਮ, ਜਿਵੇਂ ਪੰਚਾਇਤ, ਉਸ ਤੋਂ ਅੱਗੇ ਬਲਾਕ ਸਮਿਤੀ ਜਾਂ ਪੰਚਾਇਤ ਸਮਿਤੀ, ਸਭ ਤੋਂ ਉੱਪਰਲਾ ਪੱਧਰ ਜ਼ਿਲ੍ਹਾ ਪਰਿਸ਼ਦ। ਠੀਕ ਹੈ। ਇਸੇ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਨਗਰ ਪਾਲਿਕਾ, ਪਹਿਲਾ ਪੰਚਾਇਤ, ਨਗਰ ਪੰਚਾਇਤ, ਠੀਕ ਹੈ, ਸਭ ਤੋਂ ਹੇਠਲਾ ਪੱਧਰ, ਫਿਰ ਨਗਰ ਪਾਲਿਕਾਵਾਂ, ਉਸ ਤੋਂ ਅੱਗੇ ਨਗਰ ਨਿਗਮ। ਅੱਛਾ, ਜਿਸ ਤਰ੍ਹਾਂ ਆ ਜਾਂਦਾ ਹੈ ਕੁਐਸਚਨ 2 ਨੰਬਰ ਦੇ ਵਿੱਚ ਜਾਂ 4 ਨੰਬਰ 'ਚ, ਛੋਟਾ ਕੁਐਸਚਨ ਬਹੁਤ ਪਾਉਣ ਵਾਲਾ ਜਿਹੜਾ ਮੈਂ ਪਾਉਂਦੀ ਹਾਂ, ਕਿ ਵਿਚਕਾਰਲੇ ਪੱਧਰ ਦੀ ਪੇਂਡੂ ਪੱਧਰ ਤੇ ਹੇਠਲੇ ਪੱਧਰ ਦੀ ਸੰਸਥਾ ਕਿਹੜੀ ਹੈ, ਵਿਚਕਾਰਲੀ ਕਿਹੜੀ ਹੈ, ਉੱਪਰਲੀ ਕਿਹੜੀ ਹੈ। ਇਸੇ ਤਰੀਕੇ ਦੇ ਨਾਲ ਸ਼ਹਿਰਾਂ ਵਿੱਚ ਸਭ ਤੋਂ ਛੋਟੀ ਸੰਸਥਾ ਕਿਹੜੀ ਹੈ, ਸਭ ਤੋਂ ਵਿਚਕਾਰਲੀ ਕਿਹੜੀ ਹੈ, ਤੇ ਵਿੱਚ ਸਭ ਤੋਂ ਉੱਪਰਲੀ ਕਿਹੜੀ ਹੈ। ਮੇਰੀ ਗੱਲ ਸਮਝ ਆ ਗਈ? ਜਿਸ ਤਰ੍ਹਾਂ ਨਗਰ ਨਿਗਮ ਸ਼ਹਿਰਾਂ ਵਿੱਚ ਸਭ ਤੋਂ ਉੱਪਰ ਹੈ, ਨਗਰ ਪਾਲਿਕਾਵਾਂ ਵਿਚਕਾਰ ਹੈ, ਤੇ ਨਗਰ ਪੰਚਾਇਤ ਸਭ ਤੋਂ ਨੀਚੇ ਹੈ। ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤ ਸਭ ਤੋਂ ਥੱਲੇ ਹੈ, ਬਲਾਕ ਸਮਿਤੀ ਵਿਚਕਾਰਲੇ ਪੱਧਰ 'ਤੇ ਹੈ, ਜ਼ਿਲ੍ਹਾ ਪਰਿਸ਼ਦ ਉੱਪਰਲੇ ਪੱਧਰ ਦੀ ਹੈ। ਇਹ ਤੁਹਾਨੂੰ ਸੰਸਥਾਵਾਂ ਦੇ ਨਾਮ ਪਤਾ ਹੋਣੇ ਚਾਹੀਦੇ। ਫਿਰ ਕਾਰਜਕਾਰੀ ਅਧਿਕਾਰੀ, ਜਿਸ ਤਰ੍ਹਾਂ ਬਲਾਕ ਸਮਿਤੀ ਦੇ ਵਿੱਚ BDPO, ਠੀਕ ਹੈ, ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫੀਸਰ, ADC, ਜ਼ਿਲ੍ਹਾ ਪਰਿਸ਼ਦ ਦੇ ਵਿੱਚ ਇੱਧਰ ਵੀ ਤੁਹਾਨੂੰ ਸਾਰੇ ਪਤਾ ਹੋਣੇ ਚਾਹੀਦੇ ਆ। ਸ਼ਹਿਰਾਂ ਵਿੱਚ ADC ਹੈ, ਕਿਹਦਾ ਹੈ, ਕੀ ਹੈ, ਕਿਹਨੂੰ ਕੀ ਕਿਹਾ ਜਾਂਦਾ ਹੈ, ਸਾਰਾ ਕਾਰਜਕਾਰੀ ਅਫਸਰ ਪਤਾ ਹੋਣੇ ਚਾਹੀਦੇ ਆ ਤੁਹਾਨੂੰ। ਉਸ ਤੋਂ ਇਲਾਵਾ ਪ੍ਰਧਾਨ, ਪਿੰਡ ਪੰਚਾਇਤ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਹੈ, ਬਲਾਕ ਸਮਿਤੀ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਹੈ, ਜ਼ਿਲ੍ਹਾ ਪਰਿਸ਼ਦ ਦੇ ਕੀ ਕਿਹਾ ਜਾਂਦਾ ਹੈ, ਨਗਰ ਪਾਲਿਕਾ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਹੈ, ਨਗਰ ਨਿਗਮ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸਭ 4 ਨੰਬਰ ਜਾਂ 2 ਨੰਬਰ ਦੇ ਕੁਐਸਚਨ। ਮੇਅਰ ਤੇ ਨੋਟ ਲਿਖਣਾ, ਮੇਅਰ ਨੂੰ ਚੰਗੀ ਤਰ੍ਹਾਂ ਕਰ ਲਓ, ਬੜੀ ਵਾਰੀ ਮੇਅਰ ਤੇ ਕੁਐਸਚਨ ਆਉਂਦਾ ਹੈ। ਠੀਕ ਹੈ ਬੇਟੇ, ਮੇਅਰ ਦੇ ਉੱਤੇ 2 ਨੰਬਰ ਵੀ ਤਿਆਰ ਰੱਖੋ, ਮੇਅਰ ਨੂੰ 4 ਨੰਬਰ ਲਈ ਵੀ ਤਿਆਰ ਰੱਖੋ। ਠੀਕ, ਇਹ ਜਿਹੜੇ ਸਾਰੇ ਕੁਐਸਚਨਸ ਨੇ, ਇਹ ਸਾਰੇ ਕੁਐਸਚਨਸ ਮੇਰੇ ਹਿਸਾਬ ਦੇ ਨਾਲ, ਦੇਖੋ ਬੱਚੇ, ਪਾਉਣ ਵਾਲਾ ਬੰਦਾ ਇਹ ਵੀ ਪਾ ਸਕਦਾ ਹੈ ਕਿ ਗ੍ਰਾਮ ਪੰਚਾਇਤ ਦੀ ਰਚਨਾ ਦੱਸੋ ਅਤੇ ਗ੍ਰਾਮ ਪੰਚਾਇਤ ਦੇ ਕੰਮਾਂ ਦਾ ਵਰਣਨ ਕਰੋ। ਜੇ ਤੁਸੀਂ ਤਿਆਰ ਕੀਤਾ ਹੋਏਗਾ ਗ੍ਰਾਮ ਪੰਚਾਇਤ ਦੀ ਰਚਨਾ, ਤਾਂ ਤੁਸੀਂ ਪਹਿਲਾਂ ਗ੍ਰਾਮ ਪੰਚਾਇਤ ਦੀ ਰਚਨਾ ਦੱਸ ਦਿਓ, ਉਸ ਤੋਂ ਬਾਅਦ ਜਿੰਨੇ ਤੁਹਾਨੂੰ ਕੰਮ ਪਤਾ ਹੈ ਪੰਚਾਇਤ ਦੇ ਕੰਮ ਦੱਸ ਦਿਓ। ਤੁਹਾਨੂੰ ਕੁਐਸਚਨ ਆ ਜਾਵੇ ਨਗਰ ਨਿਗਮ ਦੀ ਰਚਨਾ ਦੱਸੋ, ਨਗਰ ਨਿਗਮ ਦੇ ਕੰਮਾਂ ਦਾ ਵਰਣਨ ਕਰੋ, ਤਾਂ ਨਗਰ ਨਿਗਮ ਦੇ ਪਹਿਲਾਂ ਰਚਨਾ ਦੱਸੋ ਕਿ ਸਭ ਤੋਂ ਵੱਡੀ ਸੰਸਥਾ ਹੈ, ਵੱਡੇ ਸ਼ਹਿਰਾਂ ਵਿੱਚ ਸਥਾਪਨਾ ਹੈ, ਪੰਜਾਬ ਦੇ ਕਿੰਨੇ ਸ਼ਹਿਰਾਂ ਵਿੱਚ, ਹਾਂ ਸੱਚ ਮੈਨੂੰ ਇੱਕ ਹੋਰ ਕੁਐਸਚਨ ਯਾਦ ਆ ਗਿਆ ਕਿ ਨਗਰ ਨਿਗਮ ਦੀ ਸਥਾਪਨਾ ਪੰਜਾਬ ਦੇ ਕਿੰਨੇ ਸ਼ਹਿਰਾਂ ਵਿੱਚ ਹੈ, ਉਹਨਾਂ ਦੇ ਨਾਮ। ਠੀਕ ਹੈ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਜੇ 6 ਨੰਬਰ 'ਚ ਨਗਰ ਨਿਗਮ ਦਾ ਆ ਗਿਆ ਤਾਂ ਤੁਸੀਂ ਇੱਕ ਬਾਕਸ ਬਣਾ ਕੇ ਉਹਦੇ ਵਿੱਚ ਸਾਰੇ ਸ਼ਹਿਰਾਂ ਦੇ ਨਾਮ ਲਿਖ ਸਕਦੇ ਹੋ ਕਿ ਪੰਜਾਬ ਦੇ ਇਹਨਾਂ ਸ਼ਹਿਰਾਂ ਵਿੱਚ ਨਗਰ ਨਿਗਮ ਦੀ ਸਥਾਪਨਾ ਕੀਤੀ ਗਈ ਹੈ। ਤੁਹਾਨੂੰ ਕੁਐਸਚਨ ਆ ਗਿਆ ਬਲਾਕ ਸਮਿਤੀ ਦੇ ਉੱਤੇ, ਤੁਸੀਂ ਬਾਕਸ ਬਣਾ ਕੇ ਲਿਖ ਸਕਦੇ ਹੋ ਕਿ ਪੰਜਾਬ 'ਚ ਵਰਤਮਾਨ ਸਮੇਂ ਇੰਨੀਆਂ ਬਲਾਕ ਸਮਿਤੀਆਂ ਨੇ। ਮਤਲਬ ਮੈਂ ਤੁਹਾਨੂੰ ਵਾਰ-ਵਾਰ ਇੱਕ ਗੱਲ ਕਹਿ ਰਹੀ ਹਾਂ ਕਿ ਜੋ ਚੀਜ਼ ਬਾਕੀਆਂ ਨੇ ਨਹੀਂ ਲਿਖੀ, ਤੁਸੀਂ ਬਿਨਾਂ ਪੁੱਛੇ ਵੀ ਉਹ ਇਨਫੋਰਮੇਸ਼ਨ ਦਿੱਤੀ ਹੈ, ਉਹ ਤੁਹਾਡੇ ਲਈ ਬੈਨੀਫੀਸ਼ੀਅਲ ਹੈ, ਉਹ ਤੁਹਾਡੇ 6 ਵਿੱਚੋਂ 6 ਜਾਂ 4 ਚੋਂ 4 ਨੰਬਰ ਲੈਣ ਲਈ ਹੈਲਪਫੁਲ ਹੈ। ਇੱਕ ਤਾਂ ਆਪਾਂ ਨੇ ਉਹ ਇਨਫੋਰਮੇਸ਼ਨ ਦੇਣੀ ਹੈ, ਦੂਸਰੀ ਗੱਲ ਉਸ ਇਨਫੋਰਮੇਸ਼ਨ ਨੂੰ ਹਾਈਲਾਈਟ ਕਰਨਾ ਹੈ। ਇੱਕ ਹੁੰਦਾ ਬੰਦਾ ਕੰਮ ਕਰੀ ਜਾਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਇੱਕ ਹੁੰਦਾ ਆਪਣੇ ਕੰਮ ਨੂੰ ਹਾਈਲਾਈਟ ਕਰਨਾ ਕਿ ਮੈਂ ਕੀਤਾ ਹੈ, ਮੈਂ ਕੀਤਾ ਹੈ, ਦਿਖਾਉਣਾ ਵੀ ਬੇਟੇ ਬਹੁਤ ਜ਼ਰੂਰੀ ਹੈ। ਹੁਣ ਤਾਂ ਵੈਸੇ ਵੀ ਜ਼ਿੰਦਗੀ 'ਚ ਦਿਖਾਵਾ ਹੀ ਰਹਿ ਗਿਆ। ਠੀਕ ਹੈ, ਤਾਂ ਦਿਖਾਵਾ ਵੀ ਕਰਨਾ, ਦਿਖਾਵਾ ਜ਼ਿਆਦਾ ਨਹੀਂ ਕਰਨਾ ਚਾਹੀਦਾ, ਦਿਖਾਵਾ ਕਰਨਾ ਮਾੜੀ ਗੱਲ ਹੈ, ਬਟ ਸ਼ੋ ਬਿਜ਼ਨਸ ਵੀ ਹੈ ਨਾ। ਹੁਣ ਕੀ ਕਰੀਏ, ਹੁਣ ਜਦ ਤੱਕ ਅਸੀਂ ਦਿਖਾਵਾਂਗੇ ਨਹੀਂ ਕਿਸੇ ਨੂੰ ਕਿੱਦਾਂ ਪਤਾ ਲੱਗੇਗਾ। ਹੁਣ ਮੰਨ ਲਓ ਕਿਸੇ ਦੀ ਆਵਾਜ਼ ਬਹੁਤ ਸੋਹਣੀ ਹੈ, ਜਦ ਤੱਕ ਉਹਨੇ 4 ਸਟੇਜਾਂ 'ਤੇ ਗਾਣਾ ਹੀ ਨਹੀਂ ਗਾਇਆ, ਕਿਸੇ ਨੂੰ ਕਿੱਦਾਂ ਪਤਾ ਲੱਗੇਗਾ ਉਹਦੀ ਆਵਾਜ਼ ਸੋਹਣੀ ਹੈ। ਮੇਰੀ ਗੱਲ ਸਮਝ ਆ ਗਈ? ਹੁਣ ਮੈਂ ਪੜ੍ਹਾਉਂਦੀ ਹਾਂ, ਜੇ ਮੈਂ ਕਿਸੇ ਨੂੰ ਕਦੇ ਪੜ੍ਹਾਇਆ ਹੀ ਨਹੀਂ ਆਪਣੇ ਸਟੂਡੈਂਟਸ ਤੋਂ ਇਲਾਵਾ, ਤਾਂ ਕਿੱਦਾਂ ਪਤਾ ਲੱਗੇਗਾ ਕਿ ਮੈਮ ਪੜ੍ਹਾਉਂਦੇ ਨੇ, ਮੈਮ ਦੇ ਲੈਸਨਸ ਆਉਂਦੇ ਨੇ, ਕਿੱਦਾਂ ਪਤਾ ਲੱਗੇ? ਇਸ ਕਰਕੇ ਜੋ ਤੁਹਾਨੂੰ ਆਉਂਦਾ ਹੈ ਦੂਜਿਆਂ ਨਾਲੋਂ ਡਿਫਰੈਂਟ, ਉਹ ਤੁਸੀਂ ਲਿਖਣਾ ਹੈ, ਉਹਨੂੰ ਬੋਲਡ ਕਰਨਾ ਹੈ, ਉਹਨੂੰ ਬਾਕਸ ਵਿੱਚ ਪਾਉਣਾ ਹੈ, ਉਹਨੂੰ ਕਿਸੇ ਕਲਰ ਪੈਨ ਨਾਲ ਹਾਈਲਾਈਟ ਕਰਨਾ ਹੈ, ਅਤੇ ਆਪਣੇ ਆਪ ਨੂੰ ਇਹ ਦਿਖਾਉਣਾ ਹੈ ਕਿ ਹਾਂ ਮੈਂ ਇਹ ਵੀ ਲਿਖਿਆ ਹੈ। ਉਹਦੇ 'ਤੇ ਟਾਈਮ ਵੇਸਟ ਨਹੀਂ ਕਰਨਾ, ਬਟ ਤੁਸੀਂ ਲਿਖਣਾ ਹੈ। ਸੋ ਪੇਂਡੂ ਅਤੇ ਸ਼ਹਿਰੀ ਲੋਕਤੰਤਰ ਦੀਆਂ ਸਮੱਸਿਆਵਾਂ ਵੀ ਕਰ ਲੈਣੀਆਂ, ਉਦੇਸ਼ ਵੀ ਕਰ ਲੈਣੇ ਨੇ। ਠੀਕ ਹੈ, ਸਰਕਾਰੀ ਨਿਯੰਤਰਣ ਕਰਨ ਦੇ ਵਿਧੀ ਵੀ ਦੱਸ ਦਿੱਤੀ ਹੈ ਮੈਂ ਤੁਹਾਨੂੰ। 73ਵੀਂ ਸੰਵਿਧਾਨਕ ਸੋਧ ਕੀ ਹੈ? ਮੰਨ ਲਓ ਤੁਹਾਨੂੰ ਕੁਐਸਚਨ ਆ ਜਾਂਦਾ 73ਵੀਂ ਸੰਵਿਧਾਨਕ ਸੋਧ ਦੀਆਂ ਵਿਵਸਥਾਵਾਂ, ਜੋ ਕੁਝ ਤੁਹਾਨੂੰ ਪੇਂਡੂ ਲੋਕਤੰਤਰ ਬਾਰੇ ਪਤਾ ਹੈ ਤਕਰੀਬਨ ਉਹ ਕੀ ਹੈ 73ਵੀਂ ਸੰਵਿਧਾਨਕ ਸੋਧ। ਜੋ ਤੁਹਾਨੂੰ ਸ਼ਹਿਰੀ ਲੋਕਤੰਤਰ ਬਾਰੇ ਪਤਾ ਹੈ ਉਹ ਸਾਰਾ ਕੀ ਹੈ 74ਵੀਂ ਸੰਵਿਧਾਨਕ ਸੋਧ। ਸੋ ਸ਼ਹਿਰੀ ਲੋਕਤੰਤਰ ਵਿੱਚ 4 ਨੰਬਰ ਦੇ 3 ਕੁਐਸਚਨ ਹੋਰ ਬਣਦੇ ਨੇ। ਕਿਹੜੇ ਭਲਾ? ਮੇਅਰ ਤਾਂ ਮੈਂ ਦੱਸਤਾ ਤੁਹਾਨੂੰ ਕਿਹੜੇ। ਇੱਕ ਨਗਰ ਨਿਗਮ ਤਾਂ ਹੋ ਗਿਆ। 3 ਜਿਹੜੀਆਂ ਹੋਰ ਸੰਸਥਾਵਾਂ ਨੇ, ਨਗਰ ਸੁਧਾਰ ਟਰਸਟ, ਠੀਕ ਹੈ, ਛਾਉਣੀ ਬੋਰਡ,
ਤੇ ਪੋਰਟ ਟਰਸਟ। ਇਹ ਤਿੰਨ ਸ਼ਹਿਰੀ ਖੇਤਰ ਦੀਆਂ ਤਿੰਨ ਹੋਰ ਸੰਸਥਾਵਾਂ ਨੇ। ਇਹਨਾਂ ਤਿੰਨਾਂ ਉੱਤੇ 4 ਨੰਬਰ ਦਾ ਕੁਐਸਚਨ ਬੱਚੇ ਆ ਸਕਦਾ ਹੈ। ਤਿੰਨਾਂ ਨੂੰ ਪਰਟੀਕੁਲਰਲੀ ਤੁਸੀਂ 4-4 ਨੰਬਰ ਲਈ ਤਿਆਰ ਕਰਨਾ ਹੈ। ਛਾਉਣੀ ਬੋਰਡ ਕੀ ਹੁੰਦਾ ਹੈ, ਛਾਉਣੀ ਬੋਰਡ ਦਾ ਪ੍ਰਧਾਨ ਕੌਣ ਹੁੰਦਾ ਹੈ, ਛਾਉਣੀ ਬੋਰਡ ਦਾ ਕੰਮਕਾਜ ਕਿਹਦੇ ਅੰਡਰ ਚੱਲਦਾ ਹੈ, ਪੋਰਟ ਟਰਸਟ ਕੀ ਹੁੰਦਾ ਹੈ, ਕੀ ਪੰਜਾਬ 'ਚ ਕੋਈ ਪੋਰਟ ਟਰਸਟ ਹੈ। ਮੇਰੀ ਗੱਲ ਸਮਝ ਆ ਗਈ। ਇਸ ਤਰੀਕੇ ਦੇ ਨਾਲ ਜਾਂ ਨਗਰ ਸੁਧਾਰ ਟਰਸਟ ਕੀ ਹੁੰਦਾ ਹੈ, ਇਹ ਤੁਸੀਂ ਕਰਨਾ ਹੈ। ਖਾਸ ਤੌਰ 'ਤੇ ਛਾਉਣੀ ਬੋਰਡ ਨੂੰ ਚੰਗੀ ਤਰ੍ਹਾਂ ਕਰ ਲੈਣਾ 4 ਨੰਬਰ ਦੇ ਲਈ। ਸੋ ਮੈਨੂੰ ਲੱਗਦਾ ਹੈ ਕਿ ਜੇ ਇਹਦੇ 'ਚੋਂ ਕੋਈ 6 ਨੰਬਰ ਦਾ ਕੁਐਸਚਨ ਆ ਗਿਆ ਤਾਂ ਤੁਸੀਂ ਕਵਰ ਜ਼ਰੂਰ ਕਰੋਗੇ। ਇੱਕ ਲੈਸਨ ਚੱਕੋ। ਮੈਂ ਤੁਹਾਡੀ ਐਂਗਜ਼ਾਇਟੀ, ਤੁਹਾਡੀ ਟੈਨਸ਼ਨ, ਤੁਹਾਡਾ ਫਿਕਰ ਤੋਂ ਮੈਂ ਜਾਣੂਗਾ ਬਹੁਤ ਚੰਗੀ ਤਰ੍ਹਾਂ, ਕਿਉਂਕਿ ਫਿਕਰ ਸਿਰਫ ਹੁਸ਼ਿਆਰ ਬੱਚਿਆਂ ਨੂੰ ਹੁੰਦਾ ਹੈ, ਜਿਨ੍ਹਾਂ ਨੇ ਕੁਝ ਬਣਨਾ ਹੈ, ਜਿਨ੍ਹਾਂ ਨੇ ਨੰਬਰ ਲੈਣੇ ਹੈ, ਜਿਨ੍ਹਾਂ ਨੇ ਪਾਸ ਹੋਣਾ ਹੈ, ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਅੱਗੇ ਜਾ ਕੇ ਕੀ ਕਰਨਾ, ਉਹਨਾਂ ਨੂੰ ਕਦੇ ਫਿਕਰ ਨਹੀਂ ਹੋਏਗਾ। ਉਹ ਹਮੇਸ਼ਾ ਰਿਲੈਕਸ ਹੋਣਗੇ। ਫਿਕਰ ਵੀ ਹਮੇਸ਼ਾ ਕਿਹੜਾ ਬੰਦਾ ਕਰੇਗਾ, ਜਿਹੜਾ ਸੱਚੀ ਮੁੱਚੀ ਜਿਸ ਨੂੰ ਲੱਗਦਾ ਹੈ ਕਿ ਜਿਸ ਬੰਦੇ ਨੂੰ ਵਾਕਈ ਜਿਹਨੇ ਕੁਝ ਬਣਨਾ ਹੈ ਉਹਨੂੰ ਫਿਕਰ ਹੋਏਗਾ। ਸੋ ਜੇ ਤੁਹਾਨੂੰ ਫਿਕਰ ਹੈ ਅੱਛੀ ਗੱਲ ਹੈ, ਪਰ ਫਿਕਰ ਕਰਨ ਦੇ ਨਾਲ ਨਾਲ ਫਿਕਰ ਘੱਟ ਕਰਨਾ ਹੈ, ਕੰਮ ਜ਼ਿਆਦਾ ਕਰਨਾ ਹੈ। ਠੀਕ ਹੈ। ਤੁਸੀਂ ਕਹੋਗੇ ਮੈਮ ਇੰਨਾ ਸਿਲੇਬਸ ਦੱਸੀ ਜਾਂਦੇ, ਫਿਰ ਕੀ ਹੈ ਬੱਚੇ, 80 ਨੰਬਰ ਦਾ ਪੇਪਰ ਹੈ, ਇੱਕ ਵਾਰੀ ਦੇਣਾ ਹੈ, ਕੋਈ ਐਸੀ ਗੱਲ ਨਹੀਂ ਹੈ। ਠੀਕ ਹੈ, ਕਰਨਾ ਪੈਣਾ। ਉਸ ਤੋਂ ਅਗਲੀ ਗੱਲ ਕੀ ਹੈ, ਪੇਂਡੂ ਲੋਕਤੰਤਰ ਹੋ ਗਿਆ, ਸ਼ਹਿਰੀ ਲੋਕਤੰਤਰ। ਅੱਗੇ ਤੁਹਾਡਾ ਲੈਸਨ ਹੈਗਾ ਰਾਸ਼ਟਰੀ ਏਕੀਕਰਨ। ਰਾਸ਼ਟਰੀ ਏਕੀਕਰਨ ਬੱਚੇ ਇੱਕ ਐਸਾ ਲੈਸਨ ਹੈ ਜਿਹੜਾ ਕਿ ਯੂਨਿਟ ਦੇ ਵਿੱਚ ਇਕੱਲਾ ਪਿਆ ਹੋਇਆ ਹੈ, ਔਰ ਉਹਦੇ ਵਿੱਚੋਂ ਕੁਐਸਚਨ ਆਉਣਾ ਹੀ ਆਉਣਾ ਹੈ। ਔਰ ਰਾਸ਼ਟਰੀ ਏਕੀਕਰਨ ਵਾਲਾ ਲੈਸਨ ਬਹੁਤ 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 ਸੌਖਾ ਹੈ। ਸੋ ਇਹਨੂੰ ਇਕੱਲੇ ਲੈਸਨ ਨੂੰ ਕੋਈ ਵੀ ਬੱਚਾ ਮਿਸ ਨਾ ਕਰੇ, ਇਹਨੂੰ ਐਨ ਘੋਲ ਕੇ ਪੀ ਜਾਓ। ਰਾਸ਼ਟਰੀ ਏਕੀਕਰਨ ਦਾ ਅਰਥ ਵੀ ਭਾਰਤ ਇੱਕ ਐਸਾ ਦੇਸ਼ ਹੈ ਜਿੱਥੇ ਧਰਮ, ਜਾਤ, ਭਾਸ਼ਾਵਾਂ ਬਹੁਤ ਜ਼ਿਆਦਾ ਹੈ। ਇੱਥੇ ਏਕਤਾ ਬਣਾ ਕੇ ਰੱਖਣੀ, ਅਨੇਕਤਾ ਵਿੱਚ ਏਕਤਾ ਪੈਦਾ ਕਰਕੇ ਰੱਖਣੀ ਬਹੁਤ ਜ਼ਰੂਰੀ ਹੈ। ਰਾਸ਼ਟਰੀ ਏਕੀਕਰਨ ਦਾ ਅਰਥ, ਰਾਸ਼ਟਰੀ ਏਕੀਕਰਨ ਦੀਆਂ ਪਰਿਭਾਸ਼ਾਵਾਂ, ਖਾਸ ਤੌਰ 'ਤੇ ਡਾਕਟਰ ਰਾਧਾ ਕ੍ਰਿਸ਼ਨਨ ਦੀ ਪਰਿਭਾਸ਼ਾ ਘੋਲ ਕੇ ਪੀ ਜੋ, ਲਿਖਣੀ ਹੈ। ਜਦੋਂ ਰਾਸ਼ਟਰੀ ਏਕੀਕਰਨ ਉੱਤੇ ਕੋਈ 4 ਜਾਂ 6 ਨੰਬਰ ਦਾ ਕੁਐਸਚਨ ਆ ਗਿਆ, ਪੁੱਛੀ ਨਹੀਂ ਪੁੱਛੀ, ਤੁਸੀਂ ਡਾਕਟਰ ਰਾਧਾ ਕ੍ਰਿਸ਼ਨਨ ਦੀ ਪਰਿਭਾਸ਼ਾ ਉਹਦੇ ਵਿੱਚ ਪਾਣੀ ਹੀ ਪਾਣੀ ਹੈ। ਠੀਕ ਹੈ ਜੀ। ਰਾਸ਼ਟਰੀ ਏਕੀਕਰਨ ਇੱਕ ਐਸਾ ਲੈਸਨ ਹੈ ਬੱਚੇ ਜਿਹਦੇ ਉੱਤੇ 6 ਨੰਬਰ ਦਾ ਕੁਐਸਚਨ ਬਹੁਤ 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 ਵਾਰ ਆਉਂਦਾ ਹੈ ਔਰ ਵੈਰੀ ਇੰਪੋਰਟੈਂਟ ਹੈ। ਰਾਸ਼ਟਰੀ ਏਕੀਕਰਨ ਦਾ ਅਰਥ, ਰਾਸ਼ਟਰੀ ਏਕੀਕਰਨ ਦੀ ਪਰਿਭਾਸ਼ਾ, ਰਾਸ਼ਟਰੀ ਏਕੀਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਾਲੀਆਂ ਹੀ ਸੌਖੀਆਂ ਨੇ, ਬਾਲੀਆਂ ਸੌਖੀਆਂ। ਰਾਸ਼ਟਰੀ ਏਕੀਕਰਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਸੁਝਾਅ। ਕਈ ਵਾਰ 6 ਨੰਬਰ 'ਚ ਆਉਂਦਾ ਰਾਸ਼ਟਰੀ ਏਕੀਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਰਾਸ਼ਟਰੀ ਏਕੀਕਰਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਸੁਝਾਅ ਦਿਓ। 6 ਨੰਬਰ ਦਾ ਕੁਐਸਚਨ ਮੋਸਟ ਇੰਪੋਰਟੈਂਟ। ਉਸ ਤੋਂ ਇਲਾਵਾ ਰਾਸ਼ਟਰੀ ਏਕੀਕਰਨ ਦੇ ਪੱਖ, ਕਿ ਕਿਹੜੇ ਪੱਖ ਤੋਂ ਸਾਡੀ ਏਕਤਾ ਨੂੰ ਖਤਰਾ ਹੈ। ਸਮਾਜਿਕ ਪੱਖ, ਆਰਥਿਕ ਪੱਖ, ਮਨੋਵਿਗਿਆਨਿਕ ਪੱਖ, ਇਤਿਹਾਸਕ ਪੱਖ, ਇਹ ਸਾਰੇ ਜਿਹੜੇ ਪੱਖ ਨੇ ਇਹਨਾਂ ਨੂੰ ਰੀਡ ਕਰ ਲਓ। ਇਹਨਾਂ 'ਚੋਂ ਕੋਈ ਪੱਖ ਵੀ ਤੁਹਾਨੂੰ 4 ਨੰਬਰ ਵਿੱਚ ਪੁੱਛਿਆ ਜਾ ਸਕਦਾ ਹੈ। ਮਨੋਵਿਗਿਆਨਿਕ ਪੱਖ ਖਾਸ ਤੌਰ 'ਤੇ ਡਾਕਟਰ ਰਾਧਾ ਕ੍ਰਿਸ਼ਨਨ ਵਾਲਾ। ਠੀਕ ਹੈ ਬੱਚੇ। ਇਸ ਤੋਂ ਇਲਾਵਾ ਰਾਸ਼ਟਰੀ ਏਕੀਕਰਨ ਦੀ ਸਥਾਪਨਾ ਦੇ ਲਈ ਭਾਰਤ ਵਿੱਚ ਕੀ ਯਤਨ ਕੀਤੇ ਗਏ। ਇਹ 6 ਨੰਬਰ ਦਾ ਕੁਐਸਚਨ ਨਹੀਂ ਹੈ, ਪਰ ਇਹਦੇ 3 ਤਰ੍ਹਾਂ ਦੇ ਯਤਨ ਨੇ। ਨੰਬਰ 1 ਰਾਸ਼ਟਰੀ ਏਕੀਕਰਨ ਪਰਿਸ਼ਦ, ਨੰਬਰ 2 ਇਨਸਾਨੀ ਬਰਾਦਰੀ, ਨੰਬਰ 3 ਸੰਪਰਦਾਇਕਤਾ ਵਿਰੋਧੀ ਸੰਮਤੀ। ਸੋ ਬੱਚੇ ਇਹਨਾਂ ਤਿੰਨਾਂ ਉੱਤੇ ਨੋਟ ਤਿਆਰ ਕਰੋ 4-4 ਨੰਬਰ ਦੇ, ਲਿਖ ਕੇ ਦੇਖ ਲਓ। ਇਨਸਾਨੀ ਬਰਾਦਰੀ, ਸੰਪਰਦਾਇਕਤਾ ਵਿਰੋਧੀ ਸੰਮਤੀ ਤੇ ਰਾਸ਼ਟਰੀ ਏਕੀਕਰਨ ਪਰਿਸ਼ਦ। ਜਿਵੇਂ ਰਾਸ਼ਟਰੀ ਏਕੀਕਰਨ ਪਰਿਸ਼ਦ ਕਦੋਂ ਬਣੀ, ਕਿੰਨੀ ਵਾਰੀ ਬਣੀ, ਕਿੰਨੀ ਵਾਰ ਟੁੱਟੀ, ਉਹਨੇ ਕੀ ਕੰਮ ਕੀਤੇ, ਉਹਦੇ ਵਿੱਚ ਕਿਹੜੇ ਮੈਂਬਰ ਸੀ, ਕਦੋਂ ਪਹਿਲੀ ਵਾਰੀ ਬਣੀ, ਇਹ ਸਾਰਾ। ਇਨਸਾਨੀ ਬਰਾਦਰੀ ਨਾਮ ਦੀ ਸੰਸਥਾ ਕਿਹਨੇ ਬਣਾਈ ਸੀ, ਉਹਦਾ ਮੁਖੀ ਕੌਣ ਸੀ, ਉਹਦੇ ਪ੍ਰਧਾਨ ਕੌਣ ਸੀ, ਕੀ ਉਦੇਸ਼ ਸੀ, ਕਿਸ ਹੱਦ ਤੱਕ ਸਫਲ ਹੋਈ, ਇਹ ਸਾਰਾ ਜੈ ਪ੍ਰਕਾਸ਼ ਨਾਰਾਇਣ, ਇਹ ਉਹ ਖਾਨ ਅਬਦੁਲ ਗਫਾਰ ਖਾਨ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ। ਇਨਸਾਨੀ ਬਰਾਦਰੀ 'ਤੇ ਕੁਐਸਚਨ ਆਉਂਦਾ ਹੈ। ਸੰਪਰਦਾਇਕਤਾ ਵਿਰੋਧੀ ਸੰਮਤੀ ਸ਼੍ਰੀਮਤੀ ਸੁਭਦਰਾ ਜੋਸ਼ੀ ਕਦੋਂ ਬਣੀ, ਕਿਸ ਉਦੇਸ਼ ਨਾਲ ਬਣੀ ਅਤੇ ਕਿਸ ਹੱਦ ਤੱਕ ਸਫਲ ਹੋਈ। ਇਹ 3 ਜਿਹੜੇ ਨੇ ਯਤਨਾਂ ਉੱਤੇ 4-4 ਨੰਬਰ ਦਾ ਕੁਐਸਚਨ ਤਿਆਰ ਕਰੋ, ਕਿਉਂਕਿ ਇਹਨਾਂ ਤਿੰਨਾਂ ਉੱਤੇ 4 ਨੰਬਰ 'ਚ ਵੀ ਕੁਐਸਚਨ ਆ ਸਕਦਾ ਹੈ ਅਤੇ 2 ਨੰਬਰ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ। ਇਨਸਾਨੀ ਬਰਾਦਰੀ ਦੇ ਮੁੱਖ ਸੰਸਥਾਪਕ ਕੌਣ ਸਨ, ਕਦੋਂ ਬਣੀ, ਰਾਸ਼ਟਰੀ ਏਕੀਕਰਨ ਪਰਿਸ਼ਦ ਦਾ ਨਿਰਮਾਣ ਕਦੋਂ ਹੋਇਆ, ਰਾਸ਼ਟਰੀ ਏਕੀਕਰਨ ਪਰਿਸ਼ਦ ਦੀਆਂ 3 ਸਿਫਾਰਸ਼ਾਂ ਦੱਸੋ। ਸੋ ਇਸ ਤਰ੍ਹਾਂ ਦਾ ਕੋਈ ਵੀ ਕੁਐਸਚਨ ਆ ਸਕਦਾ ਹੈ। ਪਰ 6 ਨੰਬਰ ਦੇ ਵਿੱਚ ਰਾਸ਼ਟਰੀ ਏਕੀਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ, ਰਾਸ਼ਟਰੀ ਏਕੀਕਰਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਸੁਝਾਅ,
ਜਾਂ ਪੱਖਾਂ ਦੇ ਉੱਤੇ ਕੁਐਸਚਨ ਆ ਸਕਦਾ ਹੈ। ਸਿੰਪਲ ਇੱਕ ਲੈਸਨ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਲੈਸਨ ਦੇ ਵਿੱਚੋਂ ਤੁਹਾਨੂੰ ਜ਼ਰੂਰ 6 ਨੰਬਰ ਦਾ ਪੇਪਰ ਆਏਗਾ ਹੀ ਆਏਗਾ। 4 ਤੋਂ 6 ਨੰਬਰ ਦਾ ਆਈ ਐਮ ਸ਼ੋਰ ਕਿ ਆਏਗਾ ਹੀ ਆਏਗਾ। ਸੌਖਾ ਲੈਸਨ ਹੈ, ਕਰ ਲੈਣਾ। ਅਗਲਾ ਤੁਹਾਡਾ ਲੈਸਨ ਹੈਗਾ ਬੇਟੇ ਚੋਣ ਪ੍ਰਣਾਲੀ। ਹੁਣ ਚੋਣ ਪ੍ਰਣਾਲੀ ਵਾਲਾ ਲੈਸਨ ਜਿਹੜਾ ਹੈ ਉਹ ਵੀ ਬਹੁਤ ਈਜ਼ੀ ਹੈ। ਉਹਦੇ ਵਿੱਚ ਬੱਚੇ ਕਈ ਕੁਐਸਚਨਸ 6 ਨੰਬਰ ਦੇ ਬਣਦੇ ਹਨ। ਜੇ ਮੈਂ ਪੇਪਰ ਪਾਵਾਂ ਤਾਂ 6 ਨੰਬਰ ਦਾ ਕੁਐਸਚਨ ਉਹਨਾਂ ਵਿੱਚੋਂ ਜ਼ਰੂਰ ਪਾਵਾਂ। ਕਿਉਂ? ਪਹਿਲੀ ਗੱਲ, ਚੋਣ ਆਯੋਗ ਦੀ ਰਚਨਾ ਅਤੇ ਚੋਣ ਆਯੋਗ ਦੇ ਕੰਮ 6 ਨੰਬਰ ਦਾ ਹੱਸ ਕੇ ਕੁਐਸਚਨ ਬਣਦਾ ਹੈ। ਦੂਸਰਾ ਕੁਐਸਚਨ, ਚੋਣ ਪ੍ਰਕਿਰਿਆ ਕੀ ਹੁੰਦੀ ਹੈ, ਚੋਣ ਪ੍ਰਕਿਰਿਆ ਦੇ ਪੜਾਅ, ਬਹੁਤ ਸੌਖਾ ਬਟ ਵੈਰੀ ਇੰਪੋਰਟੈਂਟ ਕੁਐਸਚਨ। ਤੀਸਰਾ ਕੁਐਸਚਨ, ਭਾਰਤੀ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਬਹੁਤ ਇੰਪੋਰਟੈਂਟ, ਬਹੁਤ ਸੌਖਾ ਕੁਐਸਚਨ ਕਿ ਕਿੱਦਾਂ ਦੀ ਚੋਣ ਪ੍ਰਣਾਲੀ ਹੈ। ਚੌਥਾ ਕੁਐਸਚਨ, ਜਨ ਸਹਿਭਾਗਤਾ ਕਿਸ ਨੂੰ ਕਿਹਾ ਜਾਂਦਾ ਹੈ, ਜਨ ਸਹਿਭਾਗਤਾ ਘੱਟ ਹੋਣ ਦੇ ਕਾਰਨ ਭਾਰਤ ਵਿੱਚ ਕਾਰਨਾਂ ਦਾ ਵਰਣਨ ਕਰੋ, ਜਨ ਸਹਿਭਾਗਤਾ ਦਾ ਅਰਥ। ਪੰਜਵਾਂ ਕੁਐਸਚਨ, ਮਤਦਾਨ ਵਿਹਾਰ ਕਿਸ ਨੂੰ ਕਿਹਾ ਜਾਂਦਾ ਹੈ, ਅਰਥ ਭਾਰਤ ਵਿੱਚ ਮਤਦਾਨ ਵਿਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਬੇਟੇ ਇਸ ਲੈਸਨ ਦੇ ਵਿੱਚੋਂ 5 ਵੱਡੇ ਕੁਐਸਚਨ 6 ਨੰਬਰ ਵਾਲੇ ਬਣਦੇ ਹਨ। ਹੁਣ ਤੁਸੀਂ ਆਣੇ 3 ਹੈ, ਪੰਗਾ ਸਿਰਫ ਇਹ ਹੈ ਕਿ ਆਣੇ 3 ਆਣੇ, ਬੀ ਪਾਰਟ 'ਚੋਂ 3 ਆਣੇ, 3 ਨਹੀਂ ਤਾਂ ਮੈਨੂੰ ਲੱਗਦਾ 4 ਆ ਜਾਣਗੇ, ਕਿਉਂਕਿ ਬੀ ਪਾਰਟ ਮੈਨੂੰ ਥੋੜ੍ਹਾ ਜਿਹਾ ਵੱਡਾ ਲੱਗਦਾ ਹੈ। ਬਟ ਇਸ ਲੈਸਨ 'ਚ ਜਿਹੜੇ 5 ਵੱਡੇ ਕੁਐਸਚਨ ਬਣਦੇ ਨੇ ਉਹਨਾਂ ਵਿੱਚੋਂ ਕੋਈ ਇੱਕ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ 6 ਨੰਬਰ 'ਚ। ਸੋ ਇਸ ਲੈਸਨ ਨੂੰ ਵੀ ਆਪਾਂ ਨੇ ਇਗਨੋਰ ਨਹੀਂ ਕਰਨਾ, ਠੀਕ ਹੈ। ਛੋਟੇ ਕੁਐਸਚਨ, ਸੋ ਮੈਨੀ ਕੁਐਸਚਨਸ ਬਣ ਸਕਦੇ। ਚੋਣ ਆਯੋਗ ਦੀ ਰਚਨਾ ਤੇ ਨੋਟ ਆ ਸਕਦਾ ਹੈ, ਚੋਣ ਆਯੋਗ ਦੇ 4 ਕੰਮ ਪੁੱਛੇ ਜਾ ਸਕਦੇ ਆ। ਜਨ ਸਹਿਭਾਗਤਾ ਤੋਂ ਕੀ ਭਾਵ ਹੈ, ਇਕੱਲਾ ਇਹ ਅਰਥ ਆ ਸਕਦਾ ਭਾਰਤ ਵਿੱਚ ਜਨ ਸਹਿਭਾਗਤਾ ਦੇ ਘੱਟ ਹੋਣ ਦੇ 4 ਕਾਰਨ 4 ਨੰਬਰ 'ਚ ਆ ਸਕਦਾ ਹੈ। ਮਤਦਾਨ ਵਿਹਾਰ ਕਿਸ ਨੂੰ ਕਿਹਾ ਜਾਂਦਾ ਹੈ, 4 ਨੰਬਰ 'ਚ ਆ ਸਕਦਾ ਹੈ। ਮਤਦਾਨ ਵਿਹਾਰ ਨੂੰ ਪ੍ਰਭਾਵਿਤ ਕਰਨ ਵਾਲੇ 4 ਤੱਤਾਂ ਦਾ ਵਰਣਨ ਕਰੋ, 4 ਨੰਬਰ 'ਚ ਆ ਸਕਦਾ ਹੈ। ਚੋਣ ਪ੍ਰਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ, ਚੋਣ ਪ੍ਰਕਿਰਿਆ ਦੇ 4 ਪੜਾਅ ਕਿਹੜੇ ਕਿਹੜੇ ਹਨ, ਜਾਂ 4 ਪੜਾਵਾਂ ਦਾ ਵਰਣਨ ਕਰੋ, 4 ਨੰਬਰ 'ਚ ਆ ਸਕਦਾ ਹੈ। ਇਸ ਲੈਸਨ ਦੇ ਵਿੱਚੋਂ ਤੁਹਾਨੂੰ 4 ਨੰਬਰ ਤੇ 6 ਨੰਬਰ ਦਾ ਕੁਐਸਚਨ ਮੇਰੇ ਹਿਸਾਬ ਦੇ ਨਾਲ 100% ਆਏਗਾ। ਇਹਨੂੰ ਵੀ ਚੰਗੀ ਤਰ੍ਹਾਂ ਕਰ ਲਿਓ ਬੇਟੇ। ਕੰਪਲੀਟ ਲੈਸਨ ਮੈਂ ਤੁਹਾਨੂੰ ਕੁਝ ਦੱਸ ਹੀ ਨਹੀਂ ਸਕਦੀ। ਮੈਨੂੰ ਬੜੇ ਬੱਚੇ ਫੋਨ ਕਰ ਰਹੇ, ਮੈਮ ਥੋੜ੍ਹਾ ਘੱਟ ਕਰ ਦਿਓ, ਮੈਮ ਥੋੜ੍ਹਾ ਘੱਟ ਦੱਸ ਦਿਓ। ਬੱਚੇ ਮੈਂ ਕਿੱਦਾਂ ਦੱਸਾਂ, ਮੈਂ ਕਿਵੇਂ ਦੱਸਾਂ? ਜੇ ਥੋੜ੍ਹਾ ਜਿਹਾ ਵੀ ਸਾਡਾ ਕੁਝ ਇਸ ਤਰੀਕੇ ਦਾ ਸਿਸਟਮ ਹੁੰਦਾ ਕਿ ਜਿਹਦੇ ਨਾਲ ਇਹ ਪਤਾ ਲੱਗ ਜਾਂਦਾ ਕਿ ਇਸ ਲੈਸਨ 'ਚੋਂ ਇੰਨੇ ਦਾ ਆਉਣਾ, ਤਾਂ ਹੋ ਸਕਦਾ ਮੈਂ ਫਿਰ ਵੀ ਤੁਹਾਨੂੰ ਇੱਕ ਗੱਲ ਇਹ ਜ਼ਰੂਰ ਕਹਾਂਗੀ ਕਿ 4 ਨੰਬਰ ਤੇ 6 ਨੰਬਰ ਦੇ ਲਈ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕੀ ਹਾਂ ਪਿਛਲੀ ਵੀਡੀਓ 'ਚ ਵੀ, ਕਿ ਤੁਸੀਂ ਪਾਰਟ ਏ ਜਾਂ ਪਾਰਟ ਬੀ ਨੂੰ ਬਹੁਤ ਚੰਗੀ ਤਰ੍ਹਾਂ ਕਰੋ। ਇੱਕ ਪਾਰਟ ਤੁਹਾਡਾ ਬੜਾ ਸਟਰੋਂਗ ਹੋਣਾ ਚਾਹੀਦਾ ਹੈ, ਜਾਂ ਪਾਰਟ ਏ ਜਾਂ ਪਾਰਟ ਬੀ। ਉਹ ਕਿਉਂ? ਕਿਉਂਕਿ ਜੇ 4 ਨੰਬਰ ਦੇ 8 ਕੁਐਸਚਨਸ ਆਉਣਗੇ ਅਤੇ 8 ਵਿੱਚੋਂ 5 ਕਰਨੇ ਆ। ਜੇ ਤੁਹਾਡਾ ਇੱਕ ਪਾਰਟ ਵਧੀਆ ਹੋਏਗਾ ਤਾਂ 4-5 ਕੁਐਸਚਨ ਤੁਹਾਨੂੰ ਆਰਾਮ ਨਾਲ ਉਹਦੇ 'ਚੋਂ ਮਿਲ ਜਾਣਗੇ। ਇਸੇ ਤਰੀਕੇ ਦੇ ਨਾਲ 6 ਨੰਬਰ ਦੇ ਜਿਹੜੇ 3 ਕੁਐਸਚਨ ਤੁਸੀਂ ਕਰਨੇ ਆ, ਜੇ ਤੁਹਾਡਾ ਏ ਪਾਰਟ ਸਟਰੋਂਗ ਹੈ ਤਾਂ ਏ ਪਾਰਟ ਵਿੱਚੋਂ 3 ਜ਼ਰੂਰ ਆਏ ਹੋਣਗੇ, ਅਤੇ ਜੇ ਬੀ ਪਾਰਟ ਸਟਰੋਂਗ ਹੈ ਤਾਂ ਬੀ ਪਾਰਟ 'ਚੋਂ 3 ਜ਼ਰੂਰ ਆਏ ਹੋਣਗੇ, ਠੀਕ ਹੈ। ਸੋ ਇਹ ਵੀ ਤੁਸੀਂ ਕਰ ਸਕਦੇ ਹੋ। ਬਟ ਜੇ ਤੁਸੀਂ ਦੂਸਰਾ ਪਾਰਟ ਘੱਟ ਕੀਤਾ ਜਾਂ ਬਹੁਤ ਘੱਟ ਕੀਤਾ ਤਾਂ ਫਿਰ ਇਹ ਨਾ ਹੋਏ ਕਿ 2 ਨੰਬਰ ਦੇ ਕੁਐਸਚਨਸ ਵਿੱਚ, ਦੇਖੋ ਪੈਰੇ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਇਹ ਮੈਨੂੰ ਪਤਾ। ਪੈਰੇ 'ਚ ਬੇਟੇ ਤਾਂ ਪ੍ਰੋਬਲਮ ਨਹੀਂ ਆਣੀ, ਉੱਪਰ ਪੈਰਾ ਦਿੱਤਾ ਹੈ, ਪੈਰੇ ਨੂੰ ਪੜ੍ਹ ਕੇ ਆਨਸਰ ਲਿਖਣੇ ਮੇਰੇ ਹਿਸਾਬ ਦੇ ਨਾਲ ਉਹਦੇ 'ਚ ਕੋਈ ਮੁਸ਼ਕਲ ਨਹੀਂ, ਥੋੜ੍ਹੀ ਜਿਹੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਜੇ ਤੁਸੀਂ 2 ਵਾਰੀ ਪੈਰੇ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਤੁਸੀਂ ਸਮਝ ਕੇ ਕਰ ਲਓਗੇ। 2 ਨੰਬਰ ਦੇ ਕੁਐਸਚਨਸ ਦੇ ਵਿੱਚ ਤੁਹਾਨੂੰ ਵੀ ਥੋੜ੍ਹੀ ਬਹੁਤ ਪ੍ਰੋਬਲਮ ਆਵੇ, ਪਰ ਫਿਰ ਵੀ ਮੈਂ ਚਾਹੁੰਦੀ ਹਾਂ ਤੁਸੀਂ ਸਾਰਾ ਸਿਲੇਬਸ ਕਰੋ। ਪਰ ਫਿਰ ਵੀ ਜੇ ਤੁਹਾਨੂੰ ਕਿਸੇ ਤਰ੍ਹਾਂ ਲੱਗਦਾ ਹੈ ਕਿ ਸਾਰਾ ਸਿਲੇਬਸ ਅਸੀਂ ਚੰਗੀ ਤਰ੍ਹਾਂ ਨਹੀਂ ਕਰ ਪਾ ਰਹੇ, ਤਾਂ ਆਪਣਾ ਇੱਕ ਪਾਰਟ ਇੰਨਾ ਕੁ ਸਟਰੋਂਗ ਰੱਖੋ ਵੀ ਫਿਰ ਉਹਦੇ ਵਿੱਚੋਂ ਇਹ ਨਾ ਹੋਏ ਕਿ ਉਹਦੇ ਵਿੱਚੋਂ ਵੀ ਅੱਧਾ ਆਉਂਦਾ ਅੱਧਾ ਨਹੀਂ, ਉਹ ਫਿਰ ਬਹੁਤ ਸਟਰੋਂਗ ਰੱਖੋ। ਆ ਗਈ ਮੇਰੀ ਗੱਲ ਸਮਝ? ਪਾਰਟ ਏ ਜਾਂ ਪਾਰਟ ਬੀ, ਜਿਹਦੇ ਵਿੱਚ ਤੁਹਾਡਾ ਇੰਟਰਸਟ ਜ਼ਿਆਦਾ ਹੈ। ਸੋ ਪਾਰਟ ਬੀ ਥੋੜ੍ਹਾ ਲੰਬਾ ਵੀ ਹੈ, ਜੇ ਚੰਗੀ ਤਰ੍ਹਾਂ ਕਰ ਲਓਗੇ ਤਾਂ ਪਾਰਟ ਬੀ ਦੇ ਵਿੱਚੋਂ ਵੀ ਕੁਐਸਚਨਸ ਕਾਫੀ ਆਉਂਦੇ ਆ, ਆਣੇ ਹੈ ਬੇਟੇ। ਜੇ 80 ਨੰਬਰ ਦਾ ਪੇਪਰ ਹੈ
ਤਾਂ ਕੋਈ ਬੋਰਡ ਵੱਲੋਂ ਇਸ ਤਰ੍ਹਾਂ ਦੀ ਇੰਸਟਰਕਸ਼ਨਸ ਨਹੀਂ ਹੈ, ਪਰ ਮੇਰੇ ਅਕੋਰਡਿੰਗ 40 ਨੰਬਰ ਦਾ, ਜੇ 40 ਨਹੀਂ ਤਾਂ ਇੱਕ ਵਿੱਚੋਂ 35 ਦਾ ਆ ਗਿਆ ਤੇ ਇੱਕ ਵਿੱਚੋਂ 30 ਦਾ ਆ ਗਿਆ, ਬਸ ਇੰਨਾ ਕੀ ਹੈ। 5 ਨੰਬਰ 40 ਦਾ ਜੇ ਨਹੀਂ ਵੀ ਆਇਆ ਤਾਂ ਅਸੀਂ ਕਹਿ ਸਕਦੇ ਹਾਂ ਵੀ ਕਿਸੇ 'ਚੋਂ 5 ਨੰਬਰ ਵੱਧ ਆ ਗਏ, ਕਿਸੇ 'ਚੋਂ 5 ਘੱਟ ਆ ਗਏ, ਪਰ ਆਏਗਾ ਪੇਪਰ। ਇਸ ਕਰਕੇ ਆਪਣਾ ਇੱਕ ਪਾਰਟ ਸਟਰੋਂਗ ਰੱਖੋ, ਠੀਕ ਹੈ। ਸੋ ਚੋਣ ਪ੍ਰਣਾਲੀ ਵਾਲਾ ਲੈਸਨ ਹੋ ਗਿਆ। ਅੱਗੇ ਬੱਚੇ ਆਪਾਂ ਗੱਲ ਕਰਾਂਗੇ ਰਾਸ਼ਟਰੀ ਰਾਜਨੀਤਿਕ ਦਲਾਂ ਵਾਲੇ ਲੈਸਨ ਦੀ। ਬਹੁਤ ਲੰਬਾ ਹੈ, ਮੈਂ ਬਾਰ-ਬਾਰ ਕਹਿ ਰਹੀ ਹਾਂ, ਬੀ ਪਾਰਟ ਬਹੁਤ ਲੰਬਾ ਹੈ। ਰਾਸ਼ਟਰੀ ਰਾਜਨੀਤਿਕ ਦਲਾਂ ਵਾਲੇ ਲੈਸਨ ਦੇ ਵਿੱਚੋਂ ਬੱਚੇ ਤੁਸੀਂ ਕੀ ਤਿਆਰ ਕਰ ਲਓ? ਕਾਂਗਰਸ, ਬੀਜੇਪੀ, CPI, CPU, ਇਹਨਾਂ ਦੇ ਉੱਤੇ ਇੱਕ ਪੈਰਾ ਤਿਆਰ ਕਰ ਲਓ। ਮੈਂ ਕੋਸ਼ਿਸ਼ ਕਰਾਂਗੀ ਇਸ ਲੈਸਨ ਦਾ, ਬੱਚੇ ਬਹੁਤ ਕਹਿ ਰਹੇ ਆ, ਮੈਂ ਇੱਕ ਅੱਧਾ ਲੈਕਚਰ ਤੁਹਾਡੇ ਪੇਪਰਾਂ ਤੋਂ ਪਹਿਲਾਂ ਪਾਉਂਦੀ ਹਾਂ, ਬਟ ਤੁਸੀਂ ਇੱਕ ਵੀ ਕਾਂਗਰਸ ਪਾਰਟੀ ਦਾ ਇਤਿਹਾਸ, BJP ਅਤੇ CPI, CPU, ਇੱਧਰੋਂ ਖੇਤਰੀ ਪਾਰਟੀਆਂ ਜੋ ਆਮ ਆਦਮੀ ਪਾਰਟੀ, ਅਕਾਲੀ ਦਲ, ਠੀਕ ਹੈ। ਜੇ ਤੁਸੀਂ ਬੀ ਪਾਰਟ ਚੰਗੀ ਤਰ੍ਹਾਂ ਕਰ ਰਹੇ ਹੋ ਤਾਂ ਤੁਸੀਂ ਇਹ ਤੁਸੀਂ ਇੱਕ ਪੇਜ ਦਾ ਇਹਨਾਂ ਦਾ ਇਤਿਹਾਸ, ਪਿਛਲੀਆਂ ਚੋਣਾਂ, ਉਸ ਤੋਂ ਪਿਛਲੀਆਂ ਚੋਣਾਂ, ਠੀਕ ਹੈ, ਲੋਕ ਸਭਾ ਦੀਆਂ ਚੋਣਾਂ, ਜਾਂ ਜੇ ਪੰਜਾਬ ਦੀ ਗੱਲ ਕਰ ਰਹੇ ਹਾਂ, ਅਕਾਲੀ ਦਲ ਦੀ ਗੱਲ ਕਰ ਰਹੇ ਹਾਂ, ਆਮ ਆਦਮੀ ਪਾਰਟੀ ਕਰ ਰਹੇ ਹਾਂ, ਪੰਜਾਬ ਦੀ ਇਸ ਸਾਲ ਦੀਆਂ, ਇਸ ਵਾਰ ਦੀਆਂ ਚੋਣਾਂ, ਪਿਛਲੀਆਂ ਚੋਣਾਂ ਦੇ ਵਿੱਚ ਕਿੰਨੀ ਕਾਰਗੁਜ਼ਾਰੀ, ਕਿੰਨੀਆਂ ਸੀਟਾਂ ਵਿੱਚੋਂ ਕਿੰਨੀਆਂ, ਇਹ ਇੰਨਾ ਕੁ ਤੁਹਾਨੂੰ ਪਤਾ ਹੋਣਾ ਚਾਹੀਦਾ। 7 ਰਾਜਨੀਤਿਕ ਦਲ, ਰਾਸ਼ਟਰੀ ਰਾਜਨੀਤਿਕ ਦਲ ਤੁਹਾਡੀ ਬੁੱਕ ਦੇ ਵਿੱਚ ਚਾਰਟ ਬਣਿਆ ਹੋਇਆ, ਜਿਹਦੇ 'ਚ ਇੱਕ ਪਾਸੇ ਨਾਮ ਦਲ ਦਾ, ਫਿਰ ਪ੍ਰਧਾਨ, ਫਿਰ ਚੋਣ ਨਿਸ਼ਾਨ, ਫਿਰ ਜਨਮ। ਉਹ ਘੋਲ ਕੇ ਪੀਜੋ। ਉਹਦੇ ਵਿੱਚੋਂ ਇੱਕ ਕੁਐਸਚਨ ਤੁਹਾਨੂੰ 2 ਨੰਬਰ ਦਾ ਆ ਸਕਦਾ ਹੈ, 100 ਵਿੱਚੋਂ 100%। ਕਿਸੇ ਪਾਰਟੀ ਦਾ ਪ੍ਰਧਾਨ, ਕਿਸੇ ਪਾਰਟੀ ਦਾ ਚੋਣ ਨਿਸ਼ਾਨ, ਪਾਰਟੀ ਦਾ ਜਨਮ, ਇਹ ਤੁਹਾਨੂੰ ਆ ਸਕਦਾ ਹੈ। ਉਹ ਇੰਨਾ ਕੁ ਚਾਰਟ ਹੈ, ਠੀਕ ਹੈ। ਰਾਸ਼ਟਰੀ ਰਾਜਨੀਤਿਕ ਦਲਾਂ ਦੇ ਮੇਰੇ ਖਿਆਲ ਪਹਿਲੇ ਜਾਂ ਦੂਜੇ ਪੇਜ 'ਤੇ ਹੈ, ਉਹ ਚਾਰਟ ਘੋਲ ਕੇ ਪੀਜੋ, ਉਹ ਪਤਾ ਹੋਣਾ ਚਾਹੀਦਾ। ਉਸ ਤੋਂ ਇਲਾਵਾ ਇਤਿਹਾਸ ਦੱਸ ਦਿਓ। ਇਤਿਹਾਸ ਤੁਹਾਨੂੰ ਪਤਾ ਹੋਣਾ ਚਾਹੀਦਾ, ਕਾਂਗਰਸ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਕਦੋਂ ਤੱਕ ਕਾਂਗਰਸ 89 ਤੱਕ ਰਹੇ, ਉਸ ਤੋਂ ਬਾਅਦ ਫਿਰ ਹਾਰ ਹੋਈ, ਫਿਰ ਇੱਕ ਪਾਰਟੀ ਦਾ ਕਦੋਂ ਹੋਇਆ, ਇਹ ਤੁਸੀਂ ਇਤਿਹਾਸ ਵਾਲਾ ਤੁਸੀਂ, ਮੈਂ ਨਹੀਂ ਹੋਏਗਾ ਤਾਂ ਇੱਕ ਦਿਨ YouTube ਦੇ ਉੱਤੇ ਲੈਕਚਰ ਪਾ ਕੇ ਮੈਂ ਡਿਕਟੇਟ ਵੀ ਕਰਾ ਦਾਂਗੀ, ਕਿਉਂਕਿ ਸਮਝਾਉਣ ਦੇ ਨਾਲੋਂ ਮੈਂ ਡਿਕਟੇਟ ਕਰਾ ਦਾਂਗੀ। ਕੋਈ ਨਹੀਂ, 2-3 ਲੈਕਚਰਸ ਪੈ ਜਾਣਗੇ, ਸੋ ਤੁਸੀਂ ਨੋਟ ਕਰ ਲੈਣਾ ਇਤਿਹਾਸ ਕਰਕੇ। ਬਾਕੀ ਆ ਗਿਆ ਪ੍ਰੋਗਰਾਮ ਅਤੇ ਨੀਤੀਆਂ। ਪ੍ਰੋਗਰਾਮ ਅਤੇ ਨੀਤੀਆਂ 'ਚ ਬੱਚੇ ਡਰਨਾ ਨਹੀਂ ਹੈ। ਕੁਛ ਇੱਕ ਤੁੱਕੇ ਵੀ ਮੈਂ ਤੁਹਾਨੂੰ ਦੱਸਾਂਗੀ, ਸੌਖਾ ਤਰੀਕਾ ਵੀ ਦੱਸਾਂਗੀ। ਜਿਵੇਂ ਗਰੀਬੀ ਨੂੰ ਦੂਰ ਕਰਨਾ, ਕਮਜ਼ੋਰ ਵਰਗਾਂ ਨੂੰ ਉੱਚਾ ਚੱਕਣਾ, ਅਨੁਸੂਚਿਤ ਜਾਤੀਆਂ, ਪਿਛੜੀਆਂ ਸ਼੍ਰੇਣੀਆਂ ਦੇ ਲਈ ਕੰਮ ਕਰਨਾ, ਸਿੱਖਿਆ ਦਾ ਸੁਧਾਰ ਕਰਨਾ, ਭਾਰਤ ਵਿੱਚੋਂ ਭ੍ਰਸ਼ਟਾਚਾਰ ਨੂੰ ਦੂਰ ਕਰਨਾ, ਛੋਟੇ ਅਤੇ ਉਦਯੋਗਾਂ ਦੇ ਪ੍ਰਸਾਰ ਦੇ ਲਈ ਕੰਮ ਕਰਨਾ, ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਖੇਤੀ ਦੇ ਲਈ ਕੰਮ ਕਰਨਾ, ਠੀਕ ਹੈ। ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣਾ, ਟੈਕਨੀਕਲ ਐਜੂਕੇਸ਼ਨ ਦੇਣਾ। ਸੋ ਇਹ ਇੱਦਾਂ ਦੇ ਪੁਆਇੰਟ ਹੈ ਜਿਹੜੀ ਕਿਸੇ ਦੀਆਂ ਵੀ ਨੀਤੀਆਂ ਦੇ ਪ੍ਰੋਗਰਾਮ 'ਚ ਤੁਸੀਂ ਲਿਖਦੇ ਹੋ। ਬਟ ਜਿਵੇਂ ਤੁਹਾਨੂੰ ਇਨ ਕੇਸ ਤੁਹਾਨੂੰ ਆ ਜਾਂਦਾ BJP, ਤਾਂ ਰਾਮ ਮੰਦਰ ਦੀ ਉਸਾਰੀ, ਗਊ ਹੱਤਿਆ ਦੇ ਉੱਤੇ ਰੋਕ ਲਗਾਉਣੀ, ਧਾਰਾ 370 ਨੂੰ ਖਤਮ ਕਰਨਾ। ਕੁਛ ਇੱਕ BJP ਸਾਡੇ ਕੋਲ ਕੇਂਦਰ 'ਚ ਇਸ ਵੇਲੇ BJP ਦੀ ਸਰਕਾਰ ਹੈ। ਸੋ BJP ਦੀ ਸਰਕਾਰ, ਮੋਦੀ ਸਰਕਾਰ, ਡਿਜੀਟਲ ਇੰਡੀਆ ਤੁਸੀਂ ਲਿਖ ਸਕਦੇ ਹੋ, ਠੀਕ ਹੈ ਨਾ। ਇਹ ਇੱਦਾਂ ਦੇ ਕੁਛ ਇੱਕ ਪੁਆਇੰਟ ਜਿਹੜੇ ਹਨ ਉਹ ਤੁਸੀਂ BJP ਦੇ ਲਈ ਯਾਦ ਰੱਖਣੇ ਹੈ। ਕੁਛ ਇੱਕ ਪੁਆਇੰਟ ਮੈਂ ਤੁਹਾਨੂੰ ਦੱਸੇ ਜਿਹੜੇ ਸਭ 'ਚ ਤੁਸੀਂ ਲਿਖ ਸਕਦੇ ਹੋ। ਹੁਣ ਸਾਡੇ ਕੋਲ ਪੰਜਾਬ 'ਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸੋ ਉਹ ਤੁਸੀਂ ਦੇਖ ਹੀ ਰਹੇ ਹੋ ਭਗਵੰਤ ਮਾਨ ਜੀ ਕੀ ਕੰਮ ਕਰ ਰਹੇ ਨੇ। ਲੋਕਾਂ ਨੂੰ ਘਰ ਘਰ ਰੁਜ਼ਗਾਰ ਦੇਣਾ, ਠੀਕ ਹੈ, ਸਿੱਖਿਆ ਦਾ ਸੁਧਾਰ ਕਰਨਾ, ਬਿਜਲੀ ਦੇ ਬਿੱਲਾਂ ਦੇ ਵਿੱਚ ਕਟੌਤੀ ਕਰਨੀ, ਠੀਕ। ਇਹ ਆਮ ਵਿਅਕਤੀਆਂ ਦੇ ਲਈ ਕਲੀਨਿਕ ਖੋਲ੍ਹਣੇ, ਸਿਹਤ ਸੁਵਿਧਾਵਾਂ ਦਾ ਪ੍ਰਸਾਰ ਕਰਨਾ। ਸੋ ਕੁਛ ਇੱਕ ਐਸੇ ਪੁਆਇੰਟ ਨੇ ਜਿਹੜੇ ਕਿ ਤੁਸੀਂ ਆਪਣੀ ਜਨਰਲ ਨੌਲੇਜ ਦੇ ਆਧਾਰ 'ਤੇ ਵੀ ਲਿਖ ਸਕਦੇ ਹੋ। ਪ੍ਰੋਗਰਾਮ ਅਤੇ ਨੀਤੀਆਂ ਦੇ ਉੱਤੇ ਬੱਚੇ ਤੁਸੀਂ ਯਾਦ ਰੱਖਣਾ ਹੈ ਕਿ ਪ੍ਰੋਗਰਾਮ ਅਤੇ ਨੀਤੀਆਂ ਤੁਸੀਂ 5-5, 6-6 ਪੁਆਇੰਟ ਤੁਹਾਨੂੰ ਹਰੇਕ ਦੇ ਲਿਖਣੇ ਆਉਣੇ ਚਾਹੀਦੇ ਹੈ। ਔਰ ਇਹ ਕੁਐਸਚਨ ਛੱਡਣਾ ਨਹੀਂ ਹੈ, ਇਨ ਕੇਸ ਕਰਨਾ ਪਿਆ ਬਿਲਕੁਲ ਨਹੀਂ ਛੱਡਣਾ, 1% ਵੀ ਨਹੀਂ ਛੱਡਣਾ। ਸਿਰਫ ਫਰਕ ਕਿਸ ਚੀਜ਼ ਦਾ ਹੈ? ਜਿਵੇਂ ਤੁਸੀਂ ਅੰਤਰਰਾਸ਼ਟਰੀ, ਜਿਵੇਂ ਜਿੰਨੇ ਰਾਸ਼ਟਰੀ ਰਾਜਨੀਤਿਕ ਦਲ 4 ਤੁਹਾਡੇ ਸਿਲੇਬਸ 'ਚ ਨੇ, ਕਾਂਗਰਸ ਤੁਹਾਡੇ ਸਿਲੇਬਸ 'ਚ ਹੈ, CPI ਹੈ, CPU ਹੈ, ਠੀਕ ਹੈ, ਅਤੇ BJP ਹੈ, ਇਹ ਤੁਹਾਡੇ ਸਿਲੇਬਸ ਦੇ ਵਿੱਚ ਹੈ। NDA ਕੀ ਹੈ, UPA ਕੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। NDA ਕਿਹਦਾ ਗਠਬੰਧਨ ਹੈ, UPA ਕਿਹਦਾ ਗਠਬੰਧਨ ਹੈ, ਵੱਡੀ ਪਾਰਟੀ ਕੌਣ ਹੈ, ਬਾਕੀ ਦਲ ਕਿੰਨੇ ਨੇ। ਸੋ ਜਦੋਂ ਵੀ ਤੁਹਾਨੂੰ ਪ੍ਰੋਗਰਾਮ ਅਤੇ ਨੀਤੀਆਂ 'ਤੇ ਕੁਐਸਚਨ ਆ ਗਿਆ, ਤੁਸੀਂ ਇਹ ਛੱਡਣਾ ਨਹੀਂ ਹੈ। ਆਪਣੇ ਕੋਲੋਂ ਚਾਹੇ ਬਣਾ ਕੇ ਗਰੀਬੀ ਨੂੰ ਦੂਰ ਕਰਨਾ, ਘਰ ਘਰ ਰੁਜ਼ਗਾਰ ਦੇਣਾ, ਕਮਜ਼ੋਰ ਵਰਗਾਂ ਦੀ ਸੁਰੱਖਿਆ ਕਰਨੀ, ਜਿਹੜੇ ਪੁਆਇੰਟ ਮੈਂ ਬੋਲ ਕੇ ਹਟੀ ਹਾਂ, ਉਹ ਜਿਹੇ 6 ਪੁਆਇੰਟ ਲਿਖ ਦਿਓ।
ਕੋਈ ਵੀ ਤੁਹਾਡੇ ਪੁਆਇੰਟਸ ਨੂੰ ਗਲਤ ਨਹੀਂ ਕਰ ਸਕਦਾ, ਚਾਹੇ ਅਕਾਲੀ ਦਲ ਦੇ ਆ ਜਾਣ, ਚਾਹੇ ਬੀਜੇਪੀ ਦੇ ਆ ਜਾਣ, ਚਾਹੇ CPU ਦੇ ਆ ਜਾਣ। ਕੁਛ ਇੱਕ ਐਸੀਆਂ ਗੱਲਾਂ, ਹਾਂ ਜੇ ਤੁਸੀਂ CPI CPU ਦੇ ਵਿੱਚ ਗਊ ਹੱਤਿਆ ਲਿਖਤੀ ਧਾਰਾ 370, ਉਹ ਤਾਂ ਫਿਰ ਗਲਤ ਹੋ ਹੀ ਜਾਣਾ ਬੇਟੇ। ਪਰ ਕੁਛ ਇੱਕ ਸਾਂਝੀਆਂ ਗੱਲਾਂ ਨੇ, ਜਿਹੜੀ ਵੀ ਸਰਕਾਰ ਆਉਂਦੀ ਹੈ, ਜਿਹੜੀ ਵੀ ਪਾਰਟੀ ਦੀ ਸਰਕਾਰ ਆਉਂਦੀ ਹੈ, ਉਹ ਕੁਛ ਕਰੇ ਨਾ ਕਰੇ ਪਰ ਵਾਅਦੇ ਉਹਨਾਂ ਦੇ ਹੀ ਹੁੰਦੇ ਨੇ ਕਿ ਰੁਜ਼ਗਾਰ ਦੇਵਾਂਗੇ ਜੀ, ਭ੍ਰਸ਼ਟਾਚਾਰ ਦੂਰ ਕਰਾਂਗੇ, ਸਿੱਖਿਆ ਦਾ ਸੁਧਾਰ ਕਰਾਂਗੇ, ਸਿਹਤ ਸਹੂਲਤਾਂ ਦਾ ਸੁਧਾਰ ਕਰਾਂਗੇ, ਕਮਜ਼ੋਰ ਵਰਗਾਂ ਦੀ ਸੁਰੱਖਿਆ, ਇਸਤਰੀਆਂ ਅਤੇ ਬੱਚਿਆਂ ਦੀ ਸੁਰੱਖਿਆ, ਅਨੁਸੂਚਿਤ ਜਾਤੀਆਂ ਦੇ ਲਈ ਉਹ ਕਰਨਾ, ਉਦਯੋਗਾਂ ਦਾ ਪ੍ਰਸਾਰ ਕਰਨਾ। ਇਹ ਪੁਆਇੰਟ ਇਹਨਾਂ 'ਚ ਕੁਛ ਵੀ ਇਸ ਲੈਸਨ ਤੋਂ ਡਰੋ ਨਾ। ਸਿਰਫ ਮੇਨ ਯਾਦ ਕਰਕੇ, ਇਤਿਹਾਸ ਥੋੜ੍ਹਾ ਜਿਹਾ ਇੱਕ ਦੋ ਪੈਰਾ ਯਾਦ ਕਰਕੇ ਮੈਂ ਕੋਸ਼ਿਸ਼ ਕਰਾਂਗੀ ਪੇਪਰਾਂ ਤੋਂ ਪਹਿਲਾਂ ਤੁਹਾਨੂੰ ਡਿਕਟੇਟ ਕਰਵਾਉਣ ਦੀ। ਠੀਕ ਹੈ, ਸੋ ਇਹ ਲੈਸਨ ਤੁਸੀਂ ਇਸ ਤਰ੍ਹਾਂ ਕਰ ਲੈਣਾ। ਇਸੇ ਲੈਸਨ ਦੇ ਨਾਲ ਹੈਗਾ ਭਾਰਤੀ ਦਲ ਪ੍ਰਣਾਲੀ ਦੇ ਦੋਸ਼ ਜਾਂ ਭਾਰਤੀ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਤੇ ਦੋਸ਼। ਉਹਦੇ ਬੱਚੇ ਤੁਸੀਂ ਭਾਰਤੀ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਕੁਛ ਇੱਕ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਜਿਹੜੀ ਵਿਸ਼ੇਸ਼ਤਾਵਾਂ ਨੇ, ਕੁਛ ਕੁ ਇੱਦਾਂ ਦੇ ਨੇ ਦੋਸ਼। ਸੋ ਇਹ ਕੁਐਸਚਨ ਵੀ ਤੁਸੀਂ ਹਰ ਹਾਲਤ ਵਿੱਚ 6 ਨੰਬਰ ਦੇ ਲਈ ਤਿਆਰ ਕਰਨਾ ਹੈ। 6 ਨੰਬਰ ਦਾ ਵੈਰੀ ਇੰਪੋਰਟੈਂਟ ਕੁਐਸਚਨ ਹੈ। ਭਾਰਤੀ ਦਲ ਪ੍ਰਣਾਲੀ, ਸਾਡੇ ਦੇਸ਼ ਵਿੱਚ ਦਲ ਪ੍ਰਣਾਲੀ ਕਿਹੜੀ ਹੈ? ਬਹੁਦਲੀ ਪ੍ਰਣਾਲੀ। ਠੀਕ ਹੈ, ਇਹਦੇ ਦੋਸ਼ ਜਾਂ ਭਾਰਤੀ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਕੁਛ ਹੀ ਇਹਦੇ 6-7 ਪੁਆਇੰਟ ਐਸੇ ਯਾਦ ਕਰ ਲਓ। ਬਹੁਦਲੀ ਪ੍ਰਣਾਲੀ ਕਰ ਲਓ, ਦਲ ਬਦਲੀ ਕਰ ਲਓ, ਸਿਧਾਂਤਕ ਰਾਜਨੀਤਿਕ ਦਲਾਂ ਦੀ ਕਮੀ ਕਰ ਲਓ। ਠੀਕ ਹੈ, ਕੋਲੀਸ਼ਨ ਗਵਰਨਮੈਂਟਸ, ਮਿਲੀਆਂ ਜੁਲੀਆਂ ਸਰਕਾਰਾਂ ਕਰ ਲਓ। ਕੁਛ ਇੱਕ 7-8 ਪੁਆਇੰਟ ਇਹਦੇ ਯਾਦ ਕਰੋ ਜਿਹੜੇ ਕਿ ਤੁਹਾਨੂੰ 6 ਨੰਬਰ ਦਾ ਕੁਐਸਚਨ ਕਵਰ ਕਰ ਜੇ। ਉਸ ਤੋਂ ਅੱਗੇ ਬੱਚੇ ਇਸ ਲੈਸਨ, ਇਸ ਪਾਰਟ ਦੇ ਵਿੱਚ ਹੋਰ ਬਹੁਤ ਲੰਬਾ ਹੈ। UNO, ਸਾਰਕ ਅਤੇ ਵਿਦੇਸ਼ ਨੀਤੀ। ਵਿਦੇਸ਼ ਨੀਤੀ ਕੀ ਹੈ? ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ। ਹੁਣ ਵਿਦੇਸ਼ ਨੀਤੀ ਵਾਲੇ ਦੇ ਵਿੱਚ ਕੀ ਹੈ ਕਿ ਵਿਦੇਸ਼ ਨੀਤੀ ਜਿਹੜਾ ਲੈਸਨ ਤੁਹਾਡਾ ਹੈ ਇਹ ਥੋੜ੍ਹਾ ਲੰਬਾ, ਮਤਲਬ ਇਹ ਪਾਰਟ ਇੱਥੋਂ ਲੰਬਾ, ਵਿਦੇਸ਼ ਨੀਤੀ ਦੇ ਲੈਸਨ ਸ਼ੁਰੂ ਹੋ ਜਾਂਦੇ ਆ, ਇਹ ਲੰਬਾ ਪਾਰਟ। ਪਹਿਲਾਂ ਅੱਜ ਮੈਨੂੰ ਲੱਗਦਾ ਹੈ ਕਿ ਇਸ ਲੈਕਚਰ ਦੇ ਵਿੱਚ ਤਾਂ ਮੈਂ ਤੁਹਾਨੂੰ ਇੱਥੇ ਤੱਕ ਹੀ ਦੱਸਾਂਗੀ, ਕਿਉਂਕਿ ਜਦੋਂ ਮੈਂ ਤੁਹਾਨੂੰ ਵਿਦੇਸ਼ ਨੀਤੀ ਵਾਲਾ ਪਾਰਟ ਸ਼ੁਰੂ ਕਰਾਂਗੀ ਤਾਂ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਮੈਨੂੰ ਫਿਰ ਵੀਡੀਓ ਦੇ ਵਿੱਚ ਟਾਈਮ ਜ਼ਿਆਦਾ ਹੋ ਜਾਂਦਾ ਹੈ, ਤਾਂ ਫਿਰ ਮੈਂ ਨੈਕਸਟ ਦੇ ਵਿੱਚ ਤੁਹਾਨੂੰ ਪਾਉਣ ਦੀ ਕੋਸ਼ਿਸ਼ ਕਰਦੀ ਹਾਂ। ਠੀਕ ਹੈ ਬੱਚੇ, ਸੋ ਤੁਸੀਂ ਇੱਥੇ ਤੱਕ ਮੈਂ ਅੱਜ ਤੁਹਾਨੂੰ ਦੱਸਿਆ ਹੈ ਕਿ B ਪਾਰਟ ਦੇ ਲਈ ਸੈਕਿੰਡ ਪ੍ਰੈਪਰੇਸ਼ਨ ਤੁਹਾਡਾ ਸੰਸਦੀ ਪ੍ਰਣਾਲੀ ਤੋਂ ਲੈ ਕੇ ਸੰਸਦੀ ਪ੍ਰਣਾਲੀ, ਉਸ ਤੋਂ ਇਲਾਵਾ ਭਾਰਤ ਦੀ ਲੋਕਤੰਤਰ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ, ਪੇਂਡੂ ਲੋਕਤੰਤਰ, ਸ਼ਹਿਰੀ ਲੋਕਤੰਤਰ, ਰਾਸ਼ਟਰੀ ਏਕੀਕਰਨ, ਚੋਣ ਪ੍ਰਣਾਲੀ, ਰਾਸ਼ਟਰੀ ਰਾਜਨੀਤਿਕ ਦਲ ਅਤੇ ਭਾਰਤੀ ਦਲ ਪ੍ਰਣਾਲੀ ਦੀਆਂ ਸਮੱਸਿਆਵਾਂ ਜਾਂ ਵਿਸ਼ੇਸ਼ਤਾਵਾਂ। ਇਹ ਜਿਹੜੇ ਇੱਥੇ ਤੱਕ ਅੱਜ ਮੈਂ ਤੁਹਾਨੂੰ ਦੱਸੇ ਨੇ, ਇਹਨਾਂ ਤੁਸੀਂ ਅੱਜ ਦੇ ਨਾਲ ਡਿਸਕਸ ਕਰਕੇ ਇਹਨੂੰ ਕਰ ਲਿਓ। ਬਾਕੀ ਜੋ ਸਾਡੀ ਵਿਦੇਸ਼ ਨੀਤੀ ਦੇ ਜਾਂ ਭਾਰਤ ਅਤੇ ਸੰਸਾਰ, ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਾਵਾਂਗੀ। ਸੋ ਬਾਰ-ਬਾਰ ਮੈਂ ਤੁਹਾਡੇ ਪ੍ਰੈਸ਼ਰ ਨੂੰ ਵੀ ਸਮਝਦੀ ਹਾਂ, ਬਾਰ-ਬਾਰ ਮੈਨੂੰ ਪਤਾ ਹੈ ਸਿਲੇਬਸ ਬਹੁਤ ਜ਼ਿਆਦਾ ਹੈ, ਪਰ ਪਾਸ ਹੋਣਾ ਕੋਈ ਔਖਾ ਨਹੀਂ ਬੇਟੇ। ਦੇਖੋ 70 ਨੰਬਰ ਲੈਣੇ 100 ਵਿੱਚੋਂ ਕੋਈ ਔਖੇ ਨਹੀਂ। 20 ਨੰਬਰ ਦੀ ਤੁਹਾਡੀ ਅਸੈਸਮੈਂਟ ਹੈ। ਜੇ ਤੁਸੀਂ ਸਕੂਲ 'ਚ ਅੱਛਾ ਪਰਫਾਰਮ ਕੀਤਾ ਹੋਇਆ ਹੈ, ਰੈਗੂਲਰ ਸਟੂਡੈਂਟ ਹੋ, ਹਾਰਡ ਵਰਕਿੰਗ ਸਟੂਡੈਂਟ ਸੀ, ਟੀਚਰਸ ਨੂੰ ਤੰਗ ਨਹੀਂ ਕੀਤਾ ਹੋਇਆ, ਤਾਂ 20 ਦੇ ਵਿੱਚੋਂ ਤੁਹਾਡੇ 15-15, 17, 18, 20 ਚੋਂ 20 ਨੰਬਰ ਵੀ ਅਸੀਂ ਲਾਏ ਨੇ। ਸੋ ਉਹ ਤੁਹਾਡੇ ਲੱਗ ਹੀ ਜਾਣੇ ਆ। ਹੁਣ ਜੇ ਅਸੀਂ 80 ਨੰਬਰਾਂ ਦੀ ਗੱਲ ਕਰੀਏ ਤਾਂ 80 ਵਿੱਚੋਂ 50 ਨੰਬਰ ਤੁਹਾਡੇ ਆਰਾਮ ਨਾਲ ਸਭ ਦੇ ਆ ਜਾਣੇ ਆ। ਹੁਣ ਸਿਰਫ ਫਿਕਰ ਉਹਨਾਂ ਬੱਚਿਆਂ ਦੀ ਹੈ ਜਿਨ੍ਹਾਂ ਨੇ 80 ਵਿੱਚੋਂ 80 ਲੈਣੇ ਆ, ਕਿਉਂਕਿ ਉੱਧਰ 20 ਚੋਂ 20 ਉਹਨਾਂ ਨੂੰ ਮਿਲ ਜਾਣੇ ਆ। ਜਿਨ੍ਹਾਂ ਨੇ ਇੱਧਰ ਨੰਬਰ ਨਹੀਂ ਘਟਾਉਣਾ ਉਹਨਾਂ ਦੀ ਤਿਆਰੀ ਥੋੜ੍ਹੀ ਜ਼ਿਆਦਾ ਹੈ। ਪਰ ਫਿਰ ਵੀ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਚਾਹੇ ਪਾਰਟ A ਨੂੰ ਚੰਗੀ ਤਰ੍ਹਾਂ ਕਰ ਲਓ, ਚਾਹੇ ਪਾਰਟ B ਨੂੰ ਚੰਗੀ ਤਰ੍ਹਾਂ ਕਰ ਲਓ, ਬਾਕੀ ਨੂੰ ਤੁਹਾਡੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਤੁਹਾਨੂੰ ਕੁਐਸਚਨਸ ਆਉਣੇ ਚਾਹੀਦੇ ਆ, ਕਿਉਂਕਿ ਛੋਟੇ ਕੁਐਸਚਨਸ ਨਹੀਂ ਹੋਣੇ ਜਦ ਤੱਕ ਸਾਰਾ ਨਹੀਂ ਕਰੋਗੇ। ਪਰ ਫਿਰ ਵੀ 4 ਨੰਬਰ ਤੇ 6 ਨੰਬਰ ਨੂੰ ਕਵਰ ਕਰਨ ਦੇ ਲਈ ਇੱਕ ਪਾਰਟ ਨੂੰ ਤੁਸੀਂ ਬਹੁਤ ਸਟਰੋਂਗਲੀ ਕਰੋ। ਜੇ B ਪਾਰਟ ਬਹੁਤ ਸਟਰੋਂਗਲੀ ਕਰ ਲੈਂਦੇ ਹੋ, ਮੈਨੂੰ ਲੱਗਦਾ ਹੈ ਕਿ ਪੂਰਾ B ਪਾਰਟ, ਤਾਂ ਵੀ ਤੁਹਾਡੀ ਪ੍ਰੋਬਲਮ ਸੋਲਵ ਹੋ ਸਕਦੀ ਹੈ। ਸੋ ਇੱਕ ਵਾਰੀ ਫੇਰ ਬੜੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੀ ਜਲਦੀ ਹੀ ਅਗਲਾ ਨੈਕਸਟ ਵੀਡੀਓ ਲੈ ਕੇ ਮੈਂ ਤੁਹਾਡੇ ਨਾਲ ਹਾਜ਼ਰ ਹੁੰਦੀ ਹਾਂ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਵ ਯੂ। ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਲਾਈਕ ਕਰੋ। ਥੈਂਕ ਯੂ ਬੇਟੇ।